ਖੇਤੀ ਸ਼ੁਰੂ ਦੇ ਨਾਲ, ਖੇਤੀ ਦੇ ਨਾਲ ਫਿਰ ਪਰਿਵਾਰ ਹੋ ਗਿਆ, ਪਰਿਵਾਰ ਦੀ ਲੋੜ ਪਈ ਬੰਦੇ ਨੂੰ ਜਾ ਕੇ, ਕਿਉਂ ਕੰਮ ਉਹਦੇ ਵਿੱਚ ਕਰਨਾ ਸੀਗਾ। ਉੱਥੋਂ ਫਿਰ ਪਹਿਲਾਂ ਦਾ ਜਿਹੜਾ ਹੋ ਗਿਆ ਜ਼ਮੀਨ ਦਾ ਝਗੜਾ ਹੋਇਆ, ਜਿੱਦਾਂ ਆਪਾਂ ਪੰਜਾਬੀ ਤੁਸੀਂ ਕਹਿ ਕੇ ਹਟੇ ਪਹਿਲੇ ਜ਼ਰ ਜ਼ੋਰੂ ਔਰ ਜ਼ਮੀਨ ਜਾ ਕੇ ਹੈਗਾ, ਉਹ ਪਹਿਲਾਂ ਪ੍ਰਾਪਰਟੀ ਦੇ ਵਿੱਚੋਂ ਫਿਰ ਦੁਸ਼ਮਣੀ ਸ਼ੁਰੂ ਹੋਣ ਲੱਗੀ ਜਾ ਕੇ। ਸਭ ਐਲਨ ਮਸਕ ਨੇ 42 ਬਿਲੀਅਨ ਦੇ ਨਾਲ ਆ ਖਰੀਦਿਆ ਕਿ ਟਵਿੱਟਰ 42 ਬਿਲੀਅਨ, ਮਿਲੀਅਨ ਨਹੀਂ 42 ਬਿਲੀਅਨ ਦੇ ਨਾਲ ਹੈਗਾ, ਉਹ ਜੇਬ 'ਚ ਪਾ ਸਕਦੇ, ਉਹ ਹੈ ਹੀ ਨਹੀਂ, ਪਤਾ ਨਹੀਂ ਕੀ ਆ ਉਹ ਜਾ ਕੇ, ਨਾ ਉਹ ਜ਼ਮੀਨ ਆ, ਨਾ ਉਹ ਫੈਕਟਰੀਆਂ ਆ, ਨਾ ਉਹ ਮੁਲਕ ਆ, ਉਹ ਕੁਛ ਵੀ ਨਹੀਂ ਹੈ ਜਾ ਕੇ। ਬਹੁਤ ਕਿਸਮ ਦੀਆਂ ਦੁਸ਼ਮਣੀਆਂ ਨੂੰ ਠੀਕ ਸਮਝਿਆ ਜਾਂਦਾ। ਹੁਣ ਜਿਹੜਾ ਇੱਕ ਧਰਮ ਦੂਜੇ ਨੂੰ ਧਰਮ ਮਾਰਦਾ, ਉਹ ਇਹਨੂੰ ਸਵਾਬ ਸਮਝਿਆ ਜਾਂਦਾ ਜਾ ਕੇ ਵੀ ਦੂਜੇ ਧਰਮ ਵਾਲੇ ਨਾਲ ਦੁਸ਼ਮਣੀ ਕਰਕੇ ਉਹਨਾਂ ਨੂੰ ਮਾਰਨਾ ਜਿਹੜਾ ਹੈਗਾ ਇਹ ਸਵਾਬ ਆ। ਇਹ ਇਸ ਗੱਲ ਤੇ ਫਖਰ ਮਹਿਸੂਸ ਕਰਦੇ, ਅਸੀਂ ਤਾਂ 7 ਪੁਸ਼ਤਾਂ ਤੱਕ ਵੈਰ ਰੱਖਦੇ ਹਾਂ ਸਾਡੀ ਕਮਿਊਨਿਟੀ। ਅਸੀਂ ਇੱਦਾਂ ਨਹੀਂ, ਅਸੀਂ ਵੀ ਛੱਡਦੇ ਨਹੀਂ ਹੈ ਜਾ ਕੇ, ਅਸੀਂ ਭੁਲਾਉਂਦੇ ਨਹੀਂ। ਸੱਚੀ ਮੁੱਚੀ ਹੈ ਵੀ ਇਹ ਕਿਹੜੇ ਬੰਦਿਆਂ 'ਚ ਬੰਦਾ, ਮੈਂ ਕਿਉਂ ਕਹਿੰਦਾ ਮੇਰਾ ਕੋਈ ਦੁਸ਼ਮਣੀ ਹੈ ਨਹੀਂ। ਜਿਹੜੇ ਬੰਦੇ ਦਾ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ, ਉਹ ਕਾਹਦੇ ਬੰਦੇ? ਦੁਸ਼ਮਣੀ ਕਿਵੇਂ ਪੈਦਾ ਹੁੰਦੀ ਹੈ? ਕਿ ਸਿਰਫ ਵਿਚਾਰਾਂ ਦਾ ਵਿਰੋਧ ਹੀ ਦੁਸ਼ਮਣੀ ਹੈ? ਜਦੋਂ ਕਿਸੇ ਨਾਲ ਵੈਰ ਪੈ ਜਾਵੇ, ਉਸ ਵੈਰ ਦਾ ਜਿਹੜਾ ਉਹਨੂੰ ਅਵੈਂਜ ਕਰਨ ਲਈ, ਬਦਲਾ ਲੈਣ ਲਈ, ਤੁਹਾਨੂੰ ਪਤਾ ਕਿ ਕਈ ਪੀੜ੍ਹੀਆਂ ਲੋਕ ਇੱਕ ਦੂਜੇ ਨਾਲ ਲੜਦੇ ਰਹਿੰਦੇ ਨੇ। ਔਰ ਕਈ ਕਬੀਲਿਆਂ 'ਚ ਖਾਸ ਤੌਰ ਦੇ ਉੱਤੇ ਸਾਡੇ ਜੱਟ, ਜਿਹੜੇ ਅਸੀਂ ਜੱਟ ਕਬੀਲੇ ਹਾਂ, ਉਹ ਸਾਡੇ 'ਚ ਤਾਂ ਦੁਸ਼ਮਣੀਆਂ ਇੰਨੀਆਂ ਪਈਆਂ, ਨਿੱਕੀ ਨਿੱਕੀ ਗੱਲ ਤੋਂ, ਜ਼ਮੀਨ ਦੇ ਝਗੜਿਆਂ ਤੋਂ। ਹੁਣ ਇਹਦੇ ਕਈ ਕਿਸਮ ਦੇ ਗੱਲ ਦੱਸਣਗੇ ਵੀ ਕਿ ਵਾਕਈ ਜ਼ਰ ਜ਼ੋਰੂ ਅਤੇ ਜ਼ਮੀਨ ਹੀ ਦੁਸ਼ਮਣੀ ਪੈਣ ਦੇ ਕਾਰਨ ਨੇ, ਜਾਂ ਕਿ ਹੋਰ ਕਾਰਨ ਕਾਫੀ ਨੇ। ਔਰ ਇਹ ਕੀ ਵਜ੍ਹਾ ਹੋਈ ਕਿ ਮਨੁੱਖਾਂ ਦਾ ਇੰਨਾ ਵਿਕਾਸ ਹੋ ਗਿਆ, ਲੇਕਿਨ ਦੁਸ਼ਮਣ ਨੂੰ ਮੁਆਫ ਕਰਨ ਦੀ ਬਜਾਏ ਉਸ ਤੋਂ ਬਦਲਾ ਲੈਣਾ ਹੀ ਹਾਲੇ ਤੱਕ ਵੀ ਮੁਨਾਸਿਬ ਸਮਝਿਆ ਜਾ ਰਿਹਾ ਹੈ। ਸੋ ਇਸ ਸਿਲਸਿਲੇ ਦੇ ਵਿੱਚ ਅਗਲੀ ਗੱਲਬਾਤ ਅੱਜ ਹੋਣ ਵਾਲੀ ਹੈ। ਪ੍ਰੋਫੈਸਰ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਜੀ ਆਇਆਂ ਨੂੰ ਜੀ। ਥੈਂਕ ਯੂ ਤਿੰਨ ਸਾਹਿਬ। ਜੇ ਤੁਸੀਂ ਮੈਨੂੰ ਇਜਾਜ਼ਤ ਦੇਵੋ, ਮੇਰੇ ਦਿਮਾਗ 'ਚ 2-3 ਗੱਲਾਂ ਹੋਰ ਘੁੰਮਦੀਆਂ ਜੀ। ਉਹ ਕਰੋ ਪਹਿਲਾਂ। ਉਹ ਪਹਿਲਾਂ ਕਰ ਲੈਣ ਜੀ। ਇੱਕ ਮੈਂ ਪੜ੍ਹਿਆ ਜੀ, ਉਹ ਥੋੜ੍ਹੇ ਦਿਨ ਹੋਏ, ਉਹ ਅਮਰੀਕਨ ਫਿਲੋਸਫਰ ਹੈ ਜੀ, ਅਤੇ ਡਾਕਟਰ ਵੀ ਆ, ਸੈਮ ਹੈਰਿਸ ਕੁਛ ਇੱਦਾਂ ਦਾ ਉਹਦਾ ਨਾਮ ਹੈ ਜੀ। ਉਹ ਕਹਿੰਦਾ ਜੀ ਇਹ ਖਰਾਬੀ ਸਭ ਤੋਂ ਵਧੀਆ ਉਦੋਂ ਹੁੰਦੀ ਆ ਜਿਸ ਵੇਲੇ ਬੰਦਾ ਪ੍ਰੀਟੈਂਡਿੰਗ ਟੂ ਨੋ ਵਟ ਵਨ ਡਜ਼ਨਟ ਨੋ। ਜਦੋਂ ਕਹਿੰਦਾ ਅਸੀਂ ਇੱਦਾਂ ਕੋਸ਼ਿਸ਼ ਕਰਦੇ ਹਾਂ, ਅਸੀਂ ਵਿਖਾਵਾ ਕਰਦੇ ਹਾਂ ਉਸ ਚੀਜ਼ ਗਿਆਨ ਦਾ ਜਿਹੜਾ ਗਿਆਨ ਸਾਡੇ ਕੋਲ ਨਹੀਂ ਹੁੰਦਾ, ਪਰ ਅਸੀਂ ਕਹਿੰਦੇ ਮੈਨੂੰ ਪਤਾ। ਉਦੋਂ ਕਹਿੰਦਾ ਜਿਹੜੀ ਹੈਗੀ ਆ ਵੀ ਇਸ ਗੱਲ ਤੋਂ ਬਹੁਤ ਬਚਣ ਦੀ ਲੋੜ ਆ ਵੀ ਜਿਹੜੀ ਗੱਲ ਦਾ ਨਹੀਂ ਪਤਾ ਉਹ ਕਹਦੇ ਉਹ ਮੈਨੂੰ ਨਹੀਂ ਪਤਾ। ਉਹ ਪ੍ਰੀਟੈਂਡ ਨਾ ਕਰੋ, ਉਹਦਾ ਵਿਖਾਵਾ ਨਾ ਕਰੋ ਵੀ ਨਹੀਂ ਮੈਨੂੰ ਪਤਾ ਹੈ ਗੱਲ, ਕੋਈ ਇੱਦਾਂ ਆ, ਇੱਧਰ ਉੱਧਰ ਲਈ ਮਾਰੀ ਜਾਓ। ਉਹ ਨਹੀਂ, ਉਹ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹੋ ਵੀ ਮੈਨੂੰ ਨਹੀਂ ਪਤਾ। ਔਰ ਇਹ ਲਫ਼ਜ਼ ਕਹਿਣ ਤੋਂ ਜਕਣ ਦੀ ਲੋੜ ਨਹੀਂ ਹੈ ਜਾ ਕੇ ਵੀ ਮੈਨੂੰ ਨਹੀਂ ਪਤਾ, ਕਿਉਂਕਿ ਪਤਾ ਨਹੀਂ ਹੁੰਦਾ, ਸਭ ਕੁਛ ਨਹੀਂ ਸਾਨੂੰ ਲਾਈਫ ਦੇ ਵਿੱਚ ਪਤਾ ਹੁੰਦਾ। ਸਭ ਕੁਛ ਤਾਂ ਤਿੰਨ ਸਾਹਿਬ ਇੱਕ ਪਾਸੇ ਰਹਿ ਗਿਆ। ਜਿਹੜੇ ਬੜੇ ਹੁਣ ਫਿਲੋਸਫਰ ਹੋਏ ਆ, ਜਿੱਦਾਂ ਹੁਣ ਆਪਣੇ ਸੁਕਰਾਤ ਨੂੰ ਆਪਾਂ ਸਮਝਦੇ ਹਾਂ ਵੀ ਬਹੁਤ ਬੜਾ ਵੀ ਵਿਦਵਾਨ ਹੋਇਆ ਹੈਗਾ। ਸੁਕਰਾਤ ਦਾ ਇੱਕ ਫਿਕਰ ਆ, ਵਨ ਥਿੰਗ ਆਈ ਨੋ ਦੈਟ ਆਈ ਨੋ ਨਥਿੰਗ। ਉਹ ਕਹਿੰਦਾ ਮੈਨੂੰ ਇਸ ਚੀਜ਼ ਦਾ ਪਤਾ, ਮੈਨੂੰ ਕੁਛ ਨਹੀਂ ਪਤਾ ਹੈ, ਮੈਨੂੰ ਕੁਛ ਨਹੀਂ। ਲਾਈਫ ਨੌਲੇਜ ਦਾ ਘੇਰਾ ਇੰਨਾ ਬੜਾ ਆ ਵੀ ਮੈਨੂੰ ਕੁਛ ਪਤਾ ਨਹੀਂ ਹੈ। ਅੱਛਾ, ਇੱਕ ਮੈਨੂੰ ਬਹੁਤ ਚੰਗਾ ਲੱਗਾ ਜੀ, ਇੱਕ ਉਰਦੂ ਦੇ ਸ਼ਾਇਰ ਹੋਏ ਆ ਮੀਰ ਤਕੀ ਮੀਰ। ਮੀਰ ਤਕੀ ਮੈਂ ਹੁਣ ਨਾਲ ਥੋੜ੍ਹੇ ਉੱਦਾਂ ਵੀ ਦੱਸੀ ਜਾਂਦਾ ਜੀ। ਮੀਰ ਤਕੀ ਮੀਰ ਜਿਹੜੇ ਹੈਗੇ, ਇਹਨਾਂ ਦੀ ਡੈਥ ਹੋ ਗਈ 1810 ਦੇ ਵਿੱਚ, ਜਾਣੀ ਗਾਲਬ ਤੋਂ ਥੋੜ੍ਹਾ ਜਿਹਾ ਪਹਿਲਾਂ। ਅੱਛਾ, ਇੱਕ ਮੈਂ ਤੁਹਾਨੂੰ ਦੱਸਦਾ, ਗਾਲਬ ਜਿਹੜੇ ਸੀ ਉਹ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸੀ। ਅੱਛਾ, ਹਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਆ 1839 ਵਿੱਚ, ਅਤੇ ਗਾਲਬ ਉਸ ਵੇਲੇ 42 ਸਾਲਾਂ ਦੇ ਸੀ। ਅੱਛਾ, ਗਾਲਬ ਨੂੰ 17 ਸਾਲ ਛੋਟੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ। ਤਾਂ ਉਹਨਾਂ ਦੇ ਟਾਈਮ ਦੇ ਵਿੱਚ ਮੀਰ ਹੋਏ, ਮੀਰ ਤਕੀ ਮੀਰ, ਜਿਨ੍ਹਾਂ ਦੀ 1810 ਵਿੱਚ ਡੈਥ ਹੋ ਗਈ ਸੀ। ਤਾਂ ਉਹਨਾਂ ਬਾਰੇ ਗਾਲਬ ਨੇ ਲਿਖਿਆ ਸੀਗਾ ਵੀ ਰੇਖਤਾ ਉਸ ਲੈਂਗੁਏਜ ਨੂੰ ਕਹਿੰਦੇ ਆ ਜਿਹਦੇ ਵਿੱਚ ਗਾਲਬ ਨਹੀਂ ਲਿਖਦੇ ਹੁੰਦੇ ਸੀਗੇ, ਹਿੰਦੀ ਉਰਦੂ ਦਾ ਮਿਸ਼ਰਨ ਜਿਹਾ। ਉਹ ਗਾਲਬ ਨੇ ਕਿਤੇ ਲਿਖਿਆ, ਕਹਿੰਦਾ ਰੇਖਤੇ ਕਿ ਤੁਮ ਹੀ ਉਸਤਾਦ ਨਹੀਂ ਹੋ ਗਾਲਬ, ਕਹਤੇ ਹੈ ਅਗਲੇ ਦੌਰ ਮੇਂ ਇੱਕ ਮੀਰ ਵੀ ਥਾ। ਤਾਂ ਉਹ ਮੀਰ ਮਤਲਬ ਇੱਡਾ ਉਹਨੇ ਰੱਖਿਆ ਉਹਨੂੰ ਸ਼ਾਇਰ ਨੂੰ। ਤਾਂ ਮੀਰ ਤਕੀ ਮੀਰ ਨੇ ਇੱਕ ਥਾਂ ਲਿਖਿਆ ਜਾ ਕੇ, ਯਹੀ ਜਾਨਾ ਕਿ ਕੁਛ ਨਾ ਜਾਨਾ ਔਰ ਇਹ ਵੀ ਇੱਕ ਉਮਰ ਮੇਂ ਹੁਆ ਮਾਲੂਮ। ਉਹ ਕਹਿੰਦਾ ਇਹ ਮੈਨੂੰ ਪਤਾ ਲੱਗਾ ਵੀ ਮੈਨੂੰ ਕੁਛ ਨਹੀਂ ਪਤਾ, ਇਹ ਜਾਣਨ ਲਈ ਵੀ ਮੇਰੀ ਸਾਰੀ ਉਮਰ ਲੱਗ ਗਈ।
ਸਾਰੀ ਉਹ ਮਗਰੋਂ ਪਤਾ ਲੱਗਾ ਜਾ ਕੇ ਮੈਨੂੰ ਕੱਖ ਨਹੀਂ ਵੀ ਤੈਨੂੰ ਕੁਝ ਨਹੀਂ ਪਤਾ ਹੈ। ਸੋ ਇਸ ਕਰਕੇ ਇਹ ਮੈਂ ਜ਼ਰੂਰ ਕਹੂੰਗਾ ਵੀ ਆਪਾਂ ਜੇ ਨਹੀਂ ਕਿਸੇ ਗੱਲ ਦਾ ਪਤਾ ਤਾਂ ਕਹਿ ਦਿਓ ਨਹੀਂ ਪਤਾ, ਜਾ ਕੇ ਖਾਹ ਮਖਾਓ ਦੇ ਨਾਲ ਨਾ। ਅੱਛਾ, ਹੋਰ ਮੈਂ ਤੁਹਾਨੂੰ ਚਾਹੁੰਦਾ ਯਾਦ ਦਾ, ਤੁਹਾਨੂੰ ਅੱਗੇ ਆਪਾਂ ਇੱਕ ਵਾਰ ਕਈ ਗੱਲ ਕੀਤੀ ਨਾ ਵੀ ਗ੍ਰੀਕ ਫਿਲਾਸਫਰ ਡਿਸਕਸ਼ਨ ਕਰਦੇ ਹੁੰਦੇ ਸੀਗੇ ਬੜੇ ਇਸ਼ੂਜ਼ ਦੇ ਉੱਤੇ। ਉਹ ਗ੍ਰੀਕ ਫਿਲਾਸਫਰ ਇੱਕ ਵਾਰ ਡਿਸਕਸ਼ਨ ਕਰਦੇ ਆ ਜੀ ਇਹਦੇ ਉੱਤੇ ਵੀ ਜਿਹੜਾ ਹੂ ਇਜ਼ ਦੀ ਗ੍ਰੇਟੈਸਟ ਐਨੀਮੀ ਆਫ ਨੌਲੇਜ, ਵੀ ਗਿਆਨ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਆ। ਪਲੇਟੋ ਨਹੀਂ ਗੱਲ ਕਰਦੇ ਉਹਨੇ। ਹਾਂ, ਇਹ ਇਸ ਦੌਰ 'ਚ ਮੈਨੂੰ ਐਗਜ਼ੈਕਟਲੀ ਉਸ ਦਾ ਵੀ ਇਸ ਦੇ ਸਭ ਤੋਂ ਵੱਡਾ ਦੁਸ਼ਮਣ ਕੌਣ ਆ, ਤਾਂ ਉਹਦਾ ਜਵਾਬ ਹੈ ਜੀ ਵੀ ਅਗਿਆਨਤਾ। ਗਿਆਨ ਦਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈਗਾ ਅਗਿਆਨਤਾ ਆ, ਲਾ ਇਲਮੀ ਆ, ਜਹਾਲਤ ਆ, ਕੁਛ ਨਾ ਪਤਾ ਲੱਗਾ। ਅਤੇ ਉਹ ਸਾਰੇ ਜਦੋਂ ਤੇ ਐਗਰੀ ਹੋਣ ਲੱਗੇ ਤਾਂ ਇੱਕ ਫਿਲਾਸਫਰ ਉੱਠਿਆ ਜੀ, ਉਹ ਕਹਿੰਦਾ ਨਹੀਂ, ਗਿਆਨ ਦਾ ਸਭ ਤੋਂ ਵੱਡਾ ਦੁਸ਼ਮਣ ਗਿਆਨ ਦਾ ਭੁਲੇਖਾ ਹੋਣ ਦਾ ਆ। ਕਿ ਜਿਸ ਬੰਦੇ ਨੂੰ ਇਹ ਭੁਲੇਖਾ ਆ ਵੀ ਮੈਨੂੰ ਗਿਆਨ ਬਹੁਤ ਆ ਨਾ, ਉਹ ਹੈ ਗਿਆਨ ਤਾਂ ਹੈ ਹੀ ਨਹੀਂ। ਜਿਹਨੂੰ ਇਹ ਭੁਲੇਖਾ ਆ ਵੀ ਮੈਨੂੰ ਉਹ ਪਤਾ, ਉਹ ਦੁਸ਼ਮਣ ਆ ਕਹਿੰਦੇ ਸਭ ਤੋਂ ਵੱਡਾ ਨੌਲੇਜ ਦਾ, ਕਿਉਂਕਿ ਉਹਨੂੰ ਫਿਰ ਸਿੱਖਣਾ ਨਹੀਂ ਕਹਿੰਦੇ ਨਾ ਮੰਨਣਾ। ਹੁਣ ਜਿਹਨੂੰ ਅਗਿਆਨਤਾ, ਉਹ ਕਹਿੰਦੇ ਅਗਿਆਨਤਾ ਵਾਲਾ ਆਦਮੀ ਫਿਰ ਵੀ ਸਿੱਖੂਗਾ ਵੀ ਮੈਨੂੰ ਪਤਾ ਨਹੀਂ ਹੈ, ਪਰ ਜਿਹਨੂੰ ਇਹ ਵਹਿਮ ਹੈ ਵੀ ਮੈਨੂੰ ਤਾਂ ਪਤਾ ਬਹੁਤ ਆ, ਮੈਨੂੰ ਸਭ ਕੁਝ ਪਤਾ, ਉਹ ਬੜਾ ਦੁਸ਼ਮਣ ਆ ਕਹਿੰਦੇ ਗਿਆਨ ਦਾ ਜਾ ਕੇ, ਕਿਉਂਕਿ ਉਹ ਸਿੱਖਣਾ ਨਹੀਂ ਹੈਗਾ। ਇੱਕ ਤਾਂ ਇਹ ਗੱਲ ਮੈਂ ਫੇਰ ਆ ਵੀ ਸਾਰੀ ਗੱਲ ਜਿਹੜੀ ਹੈਗੀ ਗੋਰਿਆਂ ਦੇ ਵਿੱਚ ਵੀ ਨਾ ਫਿਰ ਜਦੋਂ ਕਿਸੇ ਤੇ ਵਿਅੰਗ ਕਰਨਾ ਹੁੰਦਾ ਉਹਨਾਂ ਨੇ, ਪਤਾ ਹੁੰਦਾ ਵੀ ਇਹਨੂੰ ਪਤਾ ਹੈ ਨਹੀਂਗਾ, ਉਹੀ ਪ੍ਰਟੈਂਡ ਕਰੀ ਜਾਂਦਾ ਮੈਨੂੰ ਪਤਾ, ਫਿਰ ਉਹਨੂੰ ਕਹਿੰਦੇ ਹੇ ਮਿਸਟਰ ਨੋ ਇਟ ਆਲ। ਠੀਕ ਹੈ। ਅੱਛਾ, ਇੱਕ ਮੈਨੂੰ ਹੋਰ ਗੱਲ ਯਾਦ ਆਈ ਜੀ। ਇੱਕ ਉਹ ਐਲਨ ਮਸਕ ਦਾ ਨਾਂ ਤਾਂ ਤਕਰੀਬਨ ਸਾਰਿਆਂ ਨੇ ਸੁਣਿਆ, ਦੁਨੀਆ ਦਾ ਸ਼ਾਇਦ ਹੁਣ ਇਸ ਵੇਲੇ ਸਭ ਤੋਂ ਅਮੀਰ ਆਦਮੀ ਆ। ਐਲਨ ਮਸਕ ਨੇ ਸੈਨ ਸਾਹਿਬ ਇੱਕ ਗੱਲ ਕਹੀ ਆ, ਉਹ ਕਹਿੰਦਾ ਵੀ ਜਿਹੜੇ ਬੱਚੇ ਆ ਇਹ ਮੇਰੀ ਚੁਆਇਸ ਆ, ਬੱਚਿਆਂ ਨੂੰ ਇਸ ਦੁਨੀਆ ਦੇ ਵਿੱਚ ਲਿਆਉਣ ਦੇ ਵਿੱਚ ਮੇਰੀ ਮਰਜ਼ੀ ਆ, ਬੱਚਿਆਂ ਦੀ ਮਰਜ਼ੀ ਨਹੀਂ ਹੈ। ਉਹ ਕਹਿੰਦਾ ਬੱਚੇ ਆਪਣੀ ਮਰਜ਼ੀ ਨਾਲ ਇਸ ਦੁਨੀਆ ਵਿੱਚ ਨਹੀਂ ਆਏ ਹੈ, ਬੱਚੇ ਮੈਂ ਲੈ ਕੇ ਆਇਆ ਇਸ ਦੁਨੀਆ ਵਿੱਚ, ਸੋ ਮੇਰੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਧੁਰ ਤੱਕ ਲਿਜਾ ਕੇ ਇਹਨਾਂ ਦਾ ਸਾਰਾ ਖਿਆਲ ਰੱਖਣਾ, ਇਹਨਾਂ ਦੀ ਨਹੀਂ ਹੈ। ਮੇਰੀ ਜ਼ਿੰਮੇਵਾਰੀ ਆ ਇਹਨਾਂ ਦਾ ਖਿਆਲ ਰੱਖਣਾ, ਇਹਨਾਂ ਦੀ ਜ਼ਿੰਮੇਵਾਰੀ ਮੇਰਾ ਖਿਆਲ ਰੱਖਣਾ ਨਹੀਂ ਹੈ, ਕਿਉਂਕਿ ਇਹ ਇਹਨਾਂ ਦੀ ਮਰਜ਼ੀ ਨਾਲ ਨਹੀਂ ਮੈਂ ਦੁਨੀਆ 'ਚ ਲਿਆਇਆ ਇਹਨਾਂ ਨੂੰ। ਅੱਛਾ, ਮੈਨੂੰ ਗੱਲ ਥੋੜ੍ਹਾ ਜਿਹਾ ਲੌਜਿਕ ਤਾਂ ਲੱਗਾ ਉਹਦੀ ਗੱਲ ਦੇ ਵਿੱਚ, ਅਤੇ ਇਸ ਕਰਕੇ ਉਹ ਕਹਿੰਦਾ ਵੀ ਬੱਚਿਆਂ ਤੋਂ ਫਿਰ ਬਾਅਦ ਦੇ ਵਿੱਚ ਐਵੇਂ ਗੁੱਸੇ ਗਾਸੇ ਕਰਨ ਦੀ ਬਹੁਤੀ ਲੋੜ ਨਹੀਂ ਹੈ ਵੀ ਮੇਰਾ ਖਿਆਲ ਨਹੀਂ ਕਰਦਾ, ਹੀ ਇਜ਼ ਨਾਟ ਗੋਇੰਗ ਟੂ, ਉਹਦੀ ਜ਼ਿੰਮੇਵਾਰੀ ਹੈ ਨਹੀਂ। ਕਹਿੰਦਾ ਬੱਚਿਆਂ ਦੀ ਕਿਤੇ ਜ਼ਿੰਮੇਵਾਰੀ ਹੈ ਨਹੀਂ ਵੀ ਤੁਹਾਡਾ ਖਿਆਲ ਰੱਖਣ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਥੋੜ੍ਹਾ ਇਸ ਦੁਨੀਆ 'ਚ ਆਏ ਆ, ਉਹ ਤਾਂ ਮੇਰੀ ਮਰਜ਼ੀ ਨਾਲ ਆਇਆ ਇਸ ਦੁਨੀਆ ਦੇ ਵਿੱਚ। ਸੋ ਮੈਂ ਜ਼ਿੰਮੇਦਾਰ ਹਾਂ ਉਹਨਾਂ ਦਾ ਖਿਆਲ ਰੱਖਣ ਦੇ ਲਈ, ਕਿਉਂਕਿ ਮੈਂ ਪੈਦਾ ਕੀਤਾ ਉਹਨਾਂ ਨੂੰ, ਉਹਨਾਂ ਦੀ ਮਰਜ਼ੀ ਇਹਦੇ ਸ਼ਾਮਲ ਨਹੀਂ ਹੈ। ਬਹੁਤ ਸਾਰੇ ਲੋਕ ਬੱਚੇ ਲੈ ਕੇ ਹੀ ਨਹੀਂ ਆ ਰਹੇ ਇਸ ਦੁਨੀਆ 'ਚ। ਹਾਂ, ਅੱਛਾ, ਉਹ ਕਹਿੰਦਾ ਵੀ ਉਹਨਾਂ ਦੀ ਮਰਜ਼ੀ ਇਹ 'ਚ ਸ਼ਾਮਲ ਨਹੀਂ ਹੈ, ਮੇਰੀ ਮਰਜ਼ੀ ਦੇ ਨਾਲ ਉਹ ਆਏ ਆ। ਉਹ ਕਹਿੰਦਾ ਵੀ ਬੱਚੇ ਤੁਹਾਡੀ ਚੁਆਇਸ ਆ, ਪੇਰੈਂਟ ਤੁਹਾਡੀ ਚੁਆਇਸ ਨਹੀਂ ਹੈ। ਬੱਚੇ ਤੁਹਾਡੀ ਚੁਆਇਸ ਆ, ਪੇਰੈਂਟ ਚੁਆਇਸ ਨਹੀਂ। ਇਸ ਕਰਕੇ ਬੱਚੇ ਜੇ ਬਹੁਤਾ ਨਹੀਂ ਮੰਨਦੇ ਤਾਂ ਬਹੁਤਾ ਉਹਦੇ 'ਤੇ ਗੁੱਸਾ ਗਿਲਾ ਕਰਨ ਵਾਲੀ ਗੱਲ ਨਹੀਂ ਹੈ ਜਾ ਕੇ, ਕਿਉਂਕਿ ਤੁਸੀਂ ਉਹਨਾਂ ਨੂੰ ਲਿਆਏ ਆ ਦੁਨੀਆ ਦੇ ਵਿੱਚ, ਤੁਹਾਡੀ ਚੁਆਇਸ ਸੀਗਾ, ਤੁਹਾਡਾ ਮਨ ਕਰਦਾ ਸੀ, ਤੁਸੀਂ ਉਹਨਾਂ ਨੂੰ ਲੈ ਆਏ ਆ ਜਾ ਕੇ, ਅਤੇ ਹੁਣ ਉਹਨਾਂ ਦਾ ਮਨ ਕਰਦਾ ਨਹੀਂ ਸੀ ਵੀ ਸਾਨੂੰ ਲਿਆਓ ਦੁਨੀਆ ਦੇ ਵਿੱਚ ਜਾ ਕੇ। ਉਹ ਮੈਨੂੰ ਲੱਗਾ ਵੀ ਲੌਜਿਕ ਉਹਦੀ ਗੱਲ ਦੇ ਵਿੱਚ ਹੈਗਾ। ਚਲੋ ਹੁਣ ਆਪਾਂ ਜਿਹੜਾ ਹੈਗੇ ਦੁਸ਼ਮਣੀ 'ਤੇ ਗੱਲ ਕਰੀਏ। ਥੈਨ ਸਾਹਿਬ, ਦੁਸ਼ਮਣੀ 'ਤੇ ਪਹਿਲਾਂ ਮੈਂ ਇੰਨਾ ਦੱਸਾਂ ਵੀ ਜਿਹੜੀ ਲਾਈਫ ਸ਼ੁਰੂ ਹੋਈ ਨਾ, ਹੋਮੋਸੇਪੀਅਨ ਜਿਹਨੂੰ ਇਨਸਾਨ ਕਹਿੰਦੇ ਆ, ਬੰਦਾ ਜਿਹਨੂੰ ਕਹਿੰਦੇ ਆ, ਇਹ ਅਫਰੀਕਾ 'ਚੋਂ ਬਣਿਆ। ਇਹ ਜਿਹੜਾ ਅਫਰੀਕਾ 'ਚ ਸ਼ੁਰੂ ਹੋਇਆ, ਜਿਸ ਵੇਲੇ ਇਹ ਦੋ ਲੱਤਾਂ 'ਤੇ ਤੁਰਨ ਲੱਗ ਪਿਆ, ਔਰ ਜਿਸ ਵੇਲੇ ਇਹ ਥੋੜ੍ਹਾ ਜਿਹਾ ਸੋਚਣਾ ਸ਼ੁਰੂ ਕਰ ਦਿੱਤਾ, ਬਾਕੀ ਜਾਨਵਰਾਂ ਨਾਲ ਫਿਰ ਇਹਦਾ ਫਰਕ ਪੈਣ ਲੱਗ ਪਿਆ। ਕਈ ਕਹਿੰਦੇ ਆ ਵੀ ਜੇ ਦਰੱਖਤਾਂ ਨਾਲ ਲੱਖਾਂ ਸਾਲ ਲਟਕਣ ਨਾਲ ਇਹਦੀ ਰੀੜ੍ਹ ਦੀ ਹੱਡੀ ਸਿੱਧੀ ਹੋ ਗਈ ਸੀ, ਇਸ ਗੱਲ ਕਰਕੇ ਵੀ ਹੋ ਗਿਆ। ਖੈਰ ਚਲੋ, ਲੰਮੀ ਗੱਲ ਹੈ, ਆਪਣੀ ਗੱਲ, ਐਵੋਲਿਊਸ਼ਨ ਹੋ ਗਿਆ, ਇਨਸਾਨ ਬਣ ਗਿਆ। ਅਫਰੀਕਾ ਤੋਂ ਫਿਰ ਜਿਹੜਾ ਇਨਸਾਨ ਬਾਹਰਲੇ ਕੰਟਰੀਆਂ 'ਚ ਮੂਵ ਕਰਦਾ ਗਿਆ ਜੀ, ਕਿ ਉਹਦੇ ਮੂਵ ਕਰਨ ਦੇ ਕਾਰਨ ਵੀ ਸੇ, ਕਈ ਕਹਿੰਦੇ ਆ ਵੀ ਕਈ ਇਲਾਕਿਆਂ 'ਚ ਫਲੱਡ ਆ ਜਾਂਦੇ ਸੀ, ਜਾਂ ਮੌਸਮ ਕਰਕੇ ਬਹੁਤ ਗਰਮੀ ਹੋ ਜਾਣੀ, ਬਹੁਤ ਠੰਡ ਹੋ ਜਾਣੀ, ਉਹ ਫਿਰ ਮੂਵ ਕਰਨ ਲੱਗ ਪਏ ਜਾ ਕੇ, ਜਾਂ ਖੁਰਾਕ ਦੀ ਕਮੀ ਆ ਜਾਣੀ, ਫਿਰ ਗਾਹਾਂ ਚੱਲ ਜਾਣਾ, ਗਾਹਾਂ ਤੋਂ ਗਾਹਾਂ ਲੱਖਾਂ ਹੀ ਸਾਲਾਂ ਦੇ ਵਿੱਚ। ਫਿਰ ਇਹ ਜਿਹੜਾ ਬੰਦਾ ਸੀਗਾ ਜਿਹਦੀ ਆਪਾਂ ਦੁਸ਼ਮਣੀ ਦੀ ਗੱਲ ਕਰਨੀ ਆ, ਇਹ ਫਿਰ ਉੱਥੋਂ ਸਾਰਿਆਂ ਕੰਟੀਨੈਂਟਾਂ ਦੇ ਵਿੱਚ ਫੈਲ ਗਿਆ। ਹੁਣ ਤੁਸੀਂ ਜੇ ਨਕਸ਼ੇ 'ਤੇ ਦੁਨੀਆ ਦੇ ਧਿਆਨ ਨਾਲ ਦੇਖੋ ਨਾ ਜੀ, ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਛੱਡ ਕੇ ਜਿਹੜੇ ਆਈਲੈਂਡ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਵਾਲ ਦੇ, ਬਾਕੀ ਸਾਰੀ ਦੁਨੀਆ ਜੁੜੀ ਹੋਈ ਆ। ਹੁਣ ਮੈਂ ਦੱਸਦਾ ਤੁਸੀਂ ਤੱਕ,
ਹੁਣ ਅਫਰੀਕਾ ਦੇ ਵਿੱਚੋਂ ਜੇ ਤੁਸੀਂ ਇੱਧਰ ਨੂੰ ਆਉਣਾ ਹੋਵੇ ਏਸ਼ੀਆ ਨੂੰ, ਤਾਂ ਉੱਥੋਂ ਤੁਸੀਂ ਈਜਿਪਟ ਤੋਂ ਇੱਧਰ ਨੂੰ ਆ ਜਾਓ ਤਾਂ ਲੈਬਨਾਨ ਦੇ ਕੋਲੋਂ ਜਾ ਕੇ ਵਿੱਚ ਵੜ ਸਕਦੇ ਆ, ਜਾ ਕੇ ਯੂਰਪ ਦੇ ਆਪਣੇ ਮਿਡਲ ਈਸਟ ਏਸ਼ੀਆ ਵਿੱਚ। ਏਸ਼ੀਆ ਦੇ ਵਿੱਚ ਜਿਸ ਵੇਲੇ ਤੁਸੀਂ ਮਿਡਲ ਈਸਟ ਆ ਗਏ, ਤੁਰਕੀ ਆ ਗਏ, ਤੁਰਕੀ ਤੋਂ ਤੁਸੀਂ ਯੂਰਪ 'ਚ ਜਾ ਵੜਦੇ ਆ, ਥੋੜ੍ਹਾ ਜਿਹਾ ਉੱਪਰ ਨੂੰ ਚੱਲ ਜਾਓ, ਚਲੋ ਡਾਰਡਨਲਸ ਨਾ ਵੀ ਤੁਸੀਂ ਪਾਰ ਕਰੋ, ਉਹ ਯੂਰਪ ਦੇ ਵਿੱਚ ਆ ਗਿਆ ਜੀ। ਯੂਰਪ ਦੇ ਵਿੱਚ ਆ ਗਏ ਤਾਂ ਤੁਸੀਂ ਰਸ਼ੀਆ ਵਿੱਚ ਆ ਗਏ ਜੀ। ਹੁਣ ਰਸ਼ੀਆ ਦਾ ਤਾਂ ਅਮਰੀਕਾ ਦਾ ਜਿਹੜਾ ਫਰਕ ਆ ਉਹ ਸਾਰਾ 50 ਮੀਲ ਦਾ ਆ। ਆ ਜਿਹੜਾ ਬੈਰਿੰਗ ਸੀ ਆ, ਜਿਹੜਾ ਇੱਥੇ ਅਲਾਸਕਾ ਤੋਂ ਪਰਲੇ ਪਾਸੇ ਆ, ਇਹ ਕਹਿੰਦੇ ਵੀ ਉਸ ਵੇਲੇ ਜੰਮਿਆ ਸੀਗਾ ਜੀ। ਉਸ ਵੇਲੇ ਇਹ ਬਰਫ਼ ਤੇ ਉਧਰੋਂ ਇੱਧਰ ਨੂੰ ਆ ਗਏ, ਉੱਤੇ ਤੁਰ ਕੇ ਆ ਜਾਂਦੇ ਸੀ, ਉੱਤੇ ਤੁਰ ਕੇ ਆਏ। ਸੋ ਸਾਰੀ ਦੁਨੀਆ ਦੇ ਵਿੱਚ ਇਨਸਾਨ ਪਹਿਲਾ ਹੋ ਗਿਆ, ਔਰ ਉਸ ਵੇਲੇ ਇਨਸਾਨ ਦੀ ਇਨਸਾਨ ਨਾਲ ਦੁਸ਼ਮਣੀ ਨਹੀਂ ਸੀ ਹੁੰਦੀ ਹੈ। ਅੱਛਾ, ਉਸ ਵੇਲੇ ਦੁਸ਼ਮਣੀ ਨਹੀਂ ਸੀ ਹੈ। ਉਹ ਜਿਹੜੀ ਸਟੇਜ ਸੀ, ਈਵਨ ਹੰਟਰ ਸਟੇਜ ਦੇ ਉੱਤੇ ਵੀ ਆਦਮੀ ਨਾਲ ਦੁਸ਼ਮਣੀ ਨਹੀਂ ਹੁੰਦੀ, ਉਹ ਜਾਨਵਰਾਂ ਦੇ ਨਾਲ ਉਹਦੀ ਹੁੰਦੀ ਸੀ ਲੜਾਈ ਖੁਰਾਕ ਦੇ ਲਈ, ਇਹ ਦੁਸ਼ਮਣੀ ਨਹੀਂ ਹੁੰਦੀ। ਕਈ ਵਿਦਵਾਨ ਇਹ ਕਹਿੰਦੇ ਆ ਵੀ ਦੁਸ਼ਮਣੀ ਦਾ ਆਗਾਜ਼ ਹੋਇਆ ਪ੍ਰਾਪਰਟੀ ਦੇ ਨਾਲ। ਤੇ ਕਹਿੰਦੇ ਵੀ ਜਦੋਂ ਪ੍ਰਾਪਰਟੀ ਦਾ ਕਨਸੈਪਟ ਆ ਗਿਆ, ਜ਼ਮੀਨਾਂ ਦੇ ਔਰ ਫਲਦਾਰ ਦਰਖਤਾਂ ਤੇ ਕਬਜ਼ੇ ਦਾ ਰੌਲਾ ਆਇਆ, ਫਿਰ ਉੱਥੋਂ ਦੁਸ਼ਮਣੀ ਸ਼ੁਰੂ ਹੋਈ ਆ ਬੰਦੇ ਦੇ ਨਾਲ। ਅੱਛਾ, ਉੱਥੋਂ ਜਿਸ ਵੇਲੇ ਹੋਈ ਆ ਪ੍ਰਾਪਰਟੀ ਤੋਂ ਦੁਸ਼ਮਣੀ ਸ਼ੁਰੂ ਹੋਈ ਆ। ਪ੍ਰਾਪਰਟੀ ਦੇ ਨਾਲ ਕੀ ਹੋਈ ਆ ਵੀ ਜਿਸ ਵੇਲੇ ਖੇਤੀ ਸ਼ੁਰੂ ਹੁੰਦੀ ਹੈ ਜੀ, ਖੇਤੀ ਸ਼ੁਰੂ ਦੇ ਨਾਲ ਫਿਰ ਪਰਿਵਾਰ ਹੋ ਗਏ, ਪਰਿਵਾਰ ਦੀ ਲੋੜ ਪਈ ਬੰਦੇ ਨੂੰ ਜਾ ਕੇ, ਕਿਉਂ ਕੰਮ ਉਹਦੇ ਵਿੱਚ ਕਰਨਾ ਸੀਗਾ। ਉੱਥੋਂ ਫਿਰ ਪਹਿਲਾਂ ਤਾਂ ਜਿਹੜਾ ਹੋ ਗਿਆ ਜ਼ਮੀਨ ਦਾ ਝਗੜਾ ਹੋਇਆ, ਜਿੱਦਾਂ ਆਪਾਂ ਪੰਜਾਬੀ ਤੁਸੀਂ ਕਹਿ ਕੇ ਹਟੇ ਪਹਿਲੇ ਜ਼ਰ ਜ਼ੋਰੂ ਔਰ ਜ਼ਮੀਨ ਜਾ ਕੇ ਹੈਗਾ, ਉਹ ਪਹਿਲਾਂ ਪ੍ਰਾਪਰਟੀ ਦੇ ਵਿੱਚੋਂ ਫਿਰ ਦੁਸ਼ਮਣੀ ਸ਼ੁਰੂ ਹੋਣ ਲੱਗੀ ਜਾ ਕੇ। ਅੱਛਾ, ਦੂਜੀ ਇਹ ਆ ਵੀ ਉਸ ਵੇਲੇ ਜਿਹੜੀਆਂ ਫਿਰ ਔਰਤਾਂ ਨੂੰ ਲੁੱਟ ਕੇ ਲਿਆਉਂਦੇ ਹੁੰਦੇ ਸੀਗੇ। ਔਰਤਾਂ ਨੂੰ ਫਿਜ਼ੀਕਲ ਆਪਣੀ ਲੋੜ ਦੇ ਲਈ ਵੀ, ਪਲੱਸ ਖੇਤੀ ਤੇ ਕੰਮ ਕਰਾਉਣ ਲਈ ਵੀ। ਤਾਂ ਉੱਥੋਂ ਫਿਰ ਜਿਹੜੀ ਹੈਗੀ ਆ ਜ਼ੋਰੂ ਤੇ ਵੀ ਹੋਇਆ ਜਾ ਕੇ, ਲੜਾਈ ਸ਼ੁਰੂ ਹੋਈ ਜਾ ਕੇ। ਸੋ ਪਹਿਲਾਂ ਤਾਂ ਜਿੱਦਾਂ ਪੰਜਾਬ 'ਚ ਆਮ ਇਹ ਗੱਲ ਹੈਗੀ ਆ ਵੀ ਜ਼ਰ ਜ਼ੋਰੂ ਔਰ ਜ਼ਮੀਨ ਦੇ ਉੱਤੇ ਜਿਹੜੀ ਹੈਗੀ ਆ ਲੜਾਈ ਹੁੰਦੀ ਰਹੀ, ਔਰ ਹੁੰਦੀਆਂ ਰਹੀਆਂ, ਲੜਾਈਆਂ ਹੁੰਦੀਆਂ ਨੇ। ਇਹ ਇੰਨਾ ਸੀਗਾ ਝਗੜਾ, ਜਿੱਦਾਂ ਤੁਸੀਂ ਕਹਿ ਲਓ ਪਹਿਲਾਂ ਸਮਝਦੇ ਸੀ ਵੀ ਜਿਹਦੇ ਕੋਲ ਜ਼ਮੀਨ ਜ਼ਿਆਦਾ ਆ ਉਹ ਮੋਸਟ ਪਾਵਰਫੁਲ ਆ। ਸੋ ਮੁਲਕਾਂ ਤੇ ਕਬਜ਼ੇ ਦੇ ਸ਼ੁਰੂ ਹੋ ਗਏ ਜਾ ਕੇ ਵੀ ਜ਼ਿਆਦਾ ਜ਼ਮੀਨ ਲਈ ਜਾ ਕੇ। ਅੱਜ ਥਿੰਨ ਸਭ ਮੁਲਕਾਂ ਤੇ ਜ਼ਿਆਦਾ ਟਰੇਡ ਦੇ ਵਿੱਚ ਜ਼ਿਆਦਾ ਹੋ ਗਿਆ ਜਾ ਕੇ। ਜੇ ਇੰਡਸਟਰੀ ਜ਼ਿਆਦਾ ਆ ਗਈ ਨਾ, ਫਿਰ ਜ਼ਮੀਨ ਦੀ ਉਨੀ ਗੱਲ ਨਹੀਂ ਰਹੀ ਹੈ ਜਿੰਨੀ ਇੰਡਸਟਰੀ ਤੇ ਆ ਗਈ ਜਾ ਕੇ। ਅੱਛਾ, ਇੰਡਸਟਰੀ ਦੇ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਕਿੰਨੀ ਹੈਗੀ ਹੈ। ਹੁਣ ਜਿਹਦੇ ਕੋਲ ਫਿਰ ਕਹਿੰਦੇ ਸੀ ਵੀ ਜਿਹੜੇ ਇੰਡਸਟਰੀਲਾਈਜ਼ ਕੰਟਰੀ ਆ ਇਹ ਸਭ ਤੋਂ ਤਕੜੇ ਆ, ਇਹਨਾਂ ਵਿੱਚ ਤਕੜੇ ਹੋ ਗਏ ਜਾ ਕੇ। ਤਿੰਨ ਸਾਹਿਬ ਹੁਣ ਇੱਕ ਤੁਸੀਂ ਦੇਖੋ, ਹੁਣ ਪਾਵਰ ਕਹਿੰਦੇ ਉਹਦੇ ਕੋਲ ਆ ਜਿਹਦੇ ਕੋਲ ਡਾਟਾ ਆ। ਹੁਣ ਬਦਲ ਗਈ, ਜਿਹਦੇ ਕੋਲ ਡਾਟਾ ਹੈ। ਪਰ ਤਿੰਨ ਸਾਹਿਬ ਐਲਨ ਮਸਕ ਨੇ 42 ਬਿਲੀਅਨ ਦੇ ਨਾਲ ਆ ਖਰੀਦਿਆ ਕਿ ਟਵਿੱਟਰ 42 ਬਿਲੀਅਨ, ਮਿਲੀਅਨ ਨਹੀਂ, 42 ਬਿਲੀਅਨ ਦੇ ਨਾਲ ਹੈਗਾ। ਉਹ ਜੇਬ 'ਚ ਪਾ ਸਕਦੇ, ਉਹ ਹੈ ਹੀ ਨਹੀਂ, ਪਤਾ ਨਹੀਂ ਕੀ ਆ ਉਹ ਜਾ ਕੇ। ਨਾ ਉਹ ਜ਼ਮੀਨ ਆ, ਨਾ ਉਹ ਫੈਕਟਰੀਆਂ ਆ, ਨਾ ਉਹ ਮੁਲਕ ਆ, ਉਹ ਕੁਛ ਵੀ ਨਹੀਂ ਹੈ ਜਾ ਕੇ। ਉਹ ਡਾਟਾ ਹੈ ਉਹਦੇ ਕੋਲ। ਜ਼ਰ ਜ਼ੋਰੂ ਜ਼ਮੀਨ ਵੀ ਫੇਲ ਹੋ ਗਿਆ, ਜ਼ਰ ਜ਼ੋਰੂ ਜ਼ਮੀਨ ਵੀ ਜਾਂਦੀ ਲੱਗੀ ਜਾ ਕੇ ਜੇਗੀ। ਉਹ ਤਾਂ ਜੀ ਜਿਹੜਾ ਅੱਛਾ ਹੁਣ ਉਹ ਤੋਂ ਡਾਟਾ ਉਹ ਤੋਂ ਖੋਣ ਦੀ ਗੱਲ ਆ ਜਾਂਦੀ, ਉੱਥੇ ਉਹਦੀ ਦੁਸ਼ਮਣੀ ਹੋਣੀ ਆ। ਕਈ ਹੋਰ ਐਪਲ ਵਾਲੇ ਹੋ ਗਏ, ਫਲਾਣੇ ਉਹਦੇ ਨਾਲ ਹੁੰਦੇ ਆ। ਸੋ ਇਹ ਜਿਹੜੀ ਦੁਸ਼ਮਣੀ ਦਾ, ਅੱਛਾ ਹੁਣ ਆਪਾਂ ਇਹਦੇ ਤੇ ਆਈਏ ਵੀ ਜਿਹੜੀ ਦੁਸ਼ਮਣੀ ਆ ਥਿੰਨ ਸਾਹਿਬ, ਕਈ ਵਾਰ ਮੈਨੂੰ ਲੱਗਦਾ ਵੀ ਇਹ ਇੰਨੀ ਵਾਈਡ ਸਪਰੈਡ ਆ ਵੀ ਇਹ ਕਿਤੇ ਇਨਸਟਿੰਕਟ ਤਾਂ ਨਹੀਂ ਹੈ ਬੰਦੇ ਵਿੱਚ, ਜਿੱਦਾਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਨਾ ਜੀ, ਪਿਆ ਨਫ਼ਰਤ ਇਨਸਟਿੰਕਟ ਆ, ਸੈਕਸ ਇਨਸਟਿੰਕਟ ਆ, ਗੁੱਸਾ ਇਨਸਟਿੰਕਟ ਆ। ਕਿਉਂਕਿ ਇਹ ਗੱਲ ਥੋੜ੍ਹੀ ਇਨਸਟਿੰਕਟ ਵਾਲੀ ਮੈਂ ਇਸ ਕਰਕੇ ਮੰਨਦਾ ਫਿਰ ਸਾਹਿਬ, ਕਈ ਲੋਕਾਂ ਨਾਲ ਤੁਹਾਡਾ ਜ਼ਰ ਜ਼ੋਰੂ ਜ਼ਮੀਨ ਦਾ ਕੋਈ ਝਗੜਾ ਨਹੀਂ। ਹਾਂ, ਕਈ ਲੋਕਾਂ ਨੂੰ ਤੁਸੀਂ ਵੈਸੇ ਦੇਖਿਆ ਹੋਣਾ ਕਹਿੰਦੇ ਹੋਏ ਕਿ ਯਾਰ ਮੈਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਹਾਂ, ਇਹ ਸ਼ਾਇਦ ਇਸੇ ਇਨਸਟਿੰਕਟ ਕਰਕੇ ਹੀ ਆ। ਕੁਛ ਲੋਕਾਂ ਦੇ ਵਿਚਾਰਾਂ ਦਾ ਵਿਰੋਧ ਹੋ ਸਕਦਾ, ਪਰ ਉਹਦੇ 'ਚ ਜ਼ਰ ਜ਼ੋਰੂ ਜ਼ਮੀਨ ਨਹੀਂ ਹੈਗੀ, ਕੋਈ ਪ੍ਰਾਪਰਟੀ ਦਾ ਕਨਫਲਿਕਟ ਨਹੀਂ ਹੈਗਾ। ਵਿਚਾਰਾਂ ਦਾ ਵਿਰੋਧ ਆ, ਤੁਸੀਂ ਨਾ ਕਰੋ। ਬਿਲਕੁਲ, ਪਰ ਵਿਚਾਰਾਂ ਦੇ ਵਿਰੋਧ ਕਰਕੇ ਦੁਸ਼ਮਣੀ ਇਸ ਹੱਦ ਤੱਕ ਚਲੀ ਜਾਂਦੀ ਹੈ ਵੀ ਇੱਕ ਦੂਜੇ ਨੂੰ ਮਾਰਨ ਤੇ ਤਿਆਰ ਹੋ ਜਾਂਦੇ ਲੋਕ। ਥਿੰਨ ਸਾਹਿਬ ਮੈਂ ਕਈ ਵਾਰ ਤਾਂ ਹੀ ਮੈਂ ਆਹ ਗੱਲ ਕਹੀ ਵੀ ਕਿਤੇ ਨੈਚੁਰਲ ਤਾਂ ਨਹੀਂ ਹੈ ਬੰਦੇ ਦੇ ਵਿੱਚ ਜਾ ਕੇ ਜਿਹੜੀ ਹੈਗੀ ਦੁਸ਼ਮਣੀ ਦਾ ਕਨਸੈਪਟ। ਕਿਉਂਕਿ ਥਿੰਨ ਸਾਹਿਬ ਜਿਸ ਬੰਦੇ ਨੂੰ ਤੁਸੀਂ ਬੇਹੱਦ ਪਿਆਰ ਕਰਦੇ ਹੁੰਦੇ ਆ, ਚਲੋ ਬੇਹੱਦ ਪਿਆਰ ਕਰਦੇ ਹੋ, ਉਹਦਾ ਕਤਲ ਕਰ ਦਿੰਦੇ ਤੁਸੀਂ ਕਈ ਵਾਰ। ਬਿਲਕੁਲ ਠੀਕ ਹੈ, ਉਹ ਦੁਸ਼ਮਣੀ ਦੋਸਤੀ ਦੁਸ਼ਮਣੀ 'ਚ ਇੱਦਾਂ ਬਦਲਦੀ ਆ ਵੀ ਉਹ ਮੈਂ ਆਹ ਦੇਖਿਆ ਵੀ ਕਈ ਆਪਣੇ ਤੁਸੀਂ ਦੇਖੋ ਰਿਲੇਸ਼ਨ ਚੰਗੇ ਹੁੰਦੇ ਆ, ਲਵ ਮੈਰਿਜ ਹੋਈ ਹੁੰਦੀ ਆ, ਵਾਈਫ ਹੁੰਦੀ ਆ ਜਦੋਂ, ਮਗਰ ਉਸੇ ਵਾਈਫ ਦਾ ਕਤਲ ਕਰ ਦਿੰਦੇ ਆ ਜਾਂ ਉਹ ਵਾਈਫ ਮਰਵਾ ਦਿੰਦੀ ਹੈ ਬੰਦੇ ਨੂੰ ਜਾ ਕੇ। ਠੀਕ ਹੈ ਨਾ ਜੀ। ਸੋ ਦੁਸ਼ਮਣੀ ਉਹਦੇ ਵਿੱਚ ਬਦਲ ਜਾਂਦੀ ਹੈ ਜਾ ਕੇ।
ਥਿੰਨ ਸਾਹਿਬ ਹੁਣ ਤਾਂ ਇਸ ਗੱਲ 'ਤੇ ਆ ਜਾਂਦੀ ਆ ਵੀ ਤੂੰ ਉੱਦਾਂ ਕਿਉਂ ਨਹੀਂ ਸੋਚਦਾ ਜਿੱਦਾਂ ਮੈਂ ਸੋਚਦਾ, ਇਹਦੇ 'ਤੇ ਦੁਸ਼ਮਣੀ ਹੁੰਦੀ ਹੈ। ਵਾਈ ਡੋਂਟ ਯੂ ਥਿੰਕ ਲਾਈਕ ਮੀ? ਉਹ ਵਿਚਾਰਾਂ ਦਾ ਵਿਰੋਧ ਹੀ ਆ। ਵਿਚਾਰਾਂ ਦਾ ਵਿਰੋਧ, ਵਿਚਾਰਾਂ ਦਾ ਹੀ ਵਿਰੋਧ ਆ ਕਿ ਮੇਰੇ ਵਰਗੇ ਵਿਚਾਰ ਤੇਰੇ ਕਿਉਂ ਨਹੀਂ ਹੈ ਜਾ ਕੇ ਉੱਦਾਂ ਹੀ ਵਿਚਾਰ ਕਰ ਜਿੱਦਾਂ ਮੇਰੇ ਵਿਚਾਰ ਹੈਗੇ ਆ। ਔਰ ਮੈਨੂੰ ਲੱਗਦਾ ਬਹੁਤੀਆਂ ਲੜਾਈਆਂ ਇਸੇ ਗੱਲ ਤੋਂ ਹੁੰਦੀਆਂ ਜਾ ਕੇ, ਕਿਉਂਕਿ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੇਰੇ ਵਿਚਾਰ ਠੀਕ ਆ। ਹੁਣ ਕੀ ਆ, ਹੁਣ ਤੁਸੀਂ ਥਿੰਨ ਸਾਹਿਬ ਇੱਦਾਂ ਦੇਖੋ, ਫਿਰ ਕਈ ਦੁਸ਼ਮਣੀਆਂ ਨੂੰ ਜਾਇਜ਼ ਸਮਝਿਆ ਜਾਂਦਾ। ਜਿੱਦਾਂ ਹੁਣ ਤੁਸੀਂ ਉੱਦਾਂ ਮੈਂ ਤੁਹਾਨੂੰ ਦੱਸਾਂ ਵੀ ਰਿਲੀਜਨ ਨੇ ਦੁਸ਼ਮਣੀ ਦੇ ਖਿਲਾਫ, ਨਫ਼ਰਤ ਦੇ ਖਿਲਾਫ ਬਹੁਤ ਪ੍ਰਚਾਰ ਕੀਤਾ। ਇਹ ਚੰਗੀ ਚੀਜ਼ ਨਹੀਂ ਹੈ, ਇਹ ਚੰਗੀ ਚੀਜ਼ ਨਹੀਂ ਹੈ, ਇਹ ਤੋਂ ਤੁਸੀਂ ਬਦਲੋ। ਪਰ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਵੀ ਮਜ਼ਹਬ ਵੀ ਦੁਸ਼ਮਣੀ ਪੈਦਾ ਕਰਦਾ, ਨਫ਼ਰਤ ਪੈਦਾ ਕਰਦਾ, ਜਾ ਕੇ ਦੂਜੇ ਧਰਮ ਦੇ ਨਾਲ ਕਰਦਾ, ਠੀਕ ਹੈ, ਆਪਣੇ ਧਰਮ ਦੇ ਅੰਦਰ ਹੀ ਕਰਦਾ, ਉਹ ਲੜਨ ਤੱਕ ਜਾਂਦਾ ਜਾ ਕੇ ਜੀ। ਕੀ ਕਹਿੰਦੇ ਤੁਸੀਂ, ਮਜ਼ਹਬ ਨਹੀਂ ਸਿਖਲਾਤਾ ਆਪਸ ਮੇਂ ਵੈਰ ਰੱਖਣਾ। ਆਹੋ, ਇਹ ਡਾਕਟਰ ਇਕਬਾਲ ਦੀ ਹੈਗੀ ਆ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ। ਪਰ ਇਹ ਗੱਲ ਹੈ ਨਹੀਂ, ਸਿਖਾਤਾ ਤਾਂ ਨਹੀਂ ਉਹ, ਪਰ ਪ੍ਰੈਕਟੀਕਲੀ ਹੈਗੀ ਇਹ ਹੋ ਰਿਹਾ ਜਾ ਕੇ। ਦੁਸ਼ਮਣੀਆਂ ਧਰਮਾਂ ਦੇ ਵਿੱਚ ਹੋ ਰਹੀਆਂ, ਕਹਿੰਦੇ ਤਾਂ ਹੈਗੇ ਵੀ ਮਾੜੀ ਗੱਲ ਹੈ, ਮਾੜੀ ਗੱਲ ਹੈ। ਫਿਰ ਕੀ ਗੱਲ ਹੈ ਵੀ ਬੰਦੇ ਦੇ ਬੱਸ ਹੀ, ਕਈ ਵਾਰ ਸੋਚਦਾ ਕੀ ਬੰਦੇ ਦੇ ਬੱਸ ਦੀ ਗੱਲ ਨਹੀਂ ਹੈ ਵੀ ਉਹ ਜ਼ਰੂਰ ਉਹਨੇ ਇਹ ਕਰਨਾ। ਅਤੇ ਸਿੱਖਿਆ ਤਾਂ ਦਿੰਦਾ ਇਹ ਵੀ ਤੁਸੀਂ ਨਾ ਲੜੋ, ਅਤੇ ਪਰ ਮੇਰਾ ਖਿਆਲ ਹੈ ਧਰਮ ਦੇ ਆਧਾਰ ਦੇ ਉੱਤੇ ਕਿੰਨੀਆਂ ਲੜਾਈਆਂ ਹੋਈਆਂ ਔਰ ਕਿੰਨੇ ਬੰਦੇ ਮਰੇ ਆ ਉਸ ਗੱਲ ਦੇ ਨਾਲ। ਲਿਵ ਐਂਡ ਲੈਟ ਲਿਵ ਦੇ ਉੱਤੇ ਕਿੰਨਾ ਜ਼ੋਰ ਦਿੱਤਾ ਗਿਆ। ਹਾਲੇ ਵੀ ਇੱਕ ਮੁਲਕ ਦੂਸਰੇ ਮੁਲਕ ਨਾਲ ਦੁਸ਼ਮਣੀ ਆ, ਬਿਜ਼ਨਸਿਸ ਦੀ ਆਪਸ ਵਿੱਚ ਹੀ ਦੁਸ਼ਮਣੀ, ਕੰਪੀਟੀਸ਼ਨ ਦੁਸ਼ਮਣੀ 'ਚ ਬਦਲਿਆ ਹੋਇਆ ਕਈ ਥਾਵਾਂ। ਥਿੰਨ ਸਾਹਿਬ ਜਿਹੜੀ ਹੈਰਾਨੀ ਦੀ ਗੱਲ ਆ ਔਰ ਜਿਹੜੀ ਮਾੜੀ ਗੱਲ ਇਹ ਆ ਵੀ ਬਹੁਤ ਕਿਸਮ ਦੀਆਂ ਦੁਸ਼ਮਣੀਆਂ ਨੂੰ ਠੀਕ ਸਮਝਿਆ ਜਾਂਦਾ। ਹੁਣ ਜਿਹੜਾ ਇੱਕ ਧਰਮ ਦੂਜੇ ਨੂੰ ਧਰਮ ਵਾਦਾ, ਉਹ ਇਹਨੂੰ ਸਵਾਬ ਸਮਝਿਆ ਜਾਂਦਾ ਜਾ ਕੇ ਵੀ ਦੂਜੇ ਧਰਮ ਵਾਲੇ ਨਾਲ ਦੁਸ਼ਮਣੀ ਕਰਕੇ ਉਹਨਾਂ ਨੂੰ ਮਾਰਨਾ ਜਿਹੜਾ ਹੈਗਾ ਇਹ ਸਵਾਬ ਆ। ਇੱਕ ਮੁਲਕ ਦੂਜੇ ਮੁਲਕ ਨੂੰ ਮਾਰਦਾ ਦੁਸ਼ਮਣੀ ਕਰਕੇ, ਉਹ ਸਭ ਦੇਸ਼ ਭਗਤੀ ਗਿਣੀ ਜਾਂਦੀ ਹੈ। ਉਹ ਕਹਿੰਦੇ ਠੀਕ ਹੈ ਇਹ ਜਾ ਕੇ ਇਹਨਾਂ ਨੂੰ ਮਾਰਨਾ ਹੀ ਠੀਕ ਹੈ, ਇਹ ਸਾਡਾ ਉਹਦੀ ਮਹਿਮਾ ਗਾਈ ਜਾਂਦੀ ਆ, ਉਹਦੇ ਲੱਗਦੇ ਆ ਜਾ ਮੇਲੇ ਲੱਗਦੇ ਉਹਦੇ ਜਾ ਕੇ ਵੀ ਇਹਨੂੰ ਮਾਰ ਦਿੱਤਾ, ਕਤਲ ਕੀਤਾ, ਇਹ ਪੂਰੀ ਦੁਸ਼ਮਣੀ ਨਿਭਾਈ ਆ। ਉਹ ਕਹਿੰਦੇ ਪੂਰੀ ਦੁਸ਼ਮਣੀ ਨਿਭਾਈ ਆ। ਅੱਛਾ, ਸਿਧਾਂਤਾਂ 'ਤੇ ਹੋ ਰਹੀ ਹੈ ਜੀ। ਜਿੱਦਾਂ ਹੁਣ ਆਪਣੇ ਜਮਾਤੀ ਦੁਸ਼ਮਣੀ ਹੁੰਦੀ ਜਦ ਕਾਂਗਰਸ ਨੇ, ਇਹ ਜਿਹੜਾ ਜਮਾਤੀ ਦੁਸ਼ਮਣ ਆ ਇਹਨੂੰ ਮਾਰਨਾ ਜਿਹੜਾ ਇਹ ਗਲਤ ਨਹੀਂ ਹੈ, ਇਹ ਦੁਸ਼ਮਣੀ ਠੀਕ ਆ, ਇਹ ਤਾਂ ਦੁਸ਼ਮਣੀ ਹੋਣੀ ਚਾਹੀਦੀ ਹੈ। ਸੋ ਮੁਲਕ ਵਾਲਾ ਸਮਝਦਾ ਵੀ ਮੇਰੇ ਮੁਲਕ 'ਤੇ ਜਿਹੜਾ ਉਂਗਲੀ ਰੱਖਾ ਉਹਦੇ ਨਾਲ ਦੁਸ਼ਮਣੀ ਠੀਕ ਆ, ਧਰਮ ਵਾਲਾ ਕਹਿੰਦਾ ਮੇਰੇ ਧਰਮ 'ਤੇ ਜਿਹੜਾ ਰੱਖਾ ਉਹਦੀ ਦੁਸ਼ਮਣੀ ਠੀਕ ਹੈ ਜਾ ਕੇ। ਪਾਕਿਸਤਾਨ ਦੇ ਵਿੱਚ ਵੀ ਜਿਹੜੀ ਨਾ ਦੁਸ਼ਮਣੀ ਦੇ ਬਾਰੇ 'ਚ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ, ਬਹੁਤ ਸਾਰੀ ਗੱਲਬਾਤ ਹੈਗੀ ਆ, ਪਰ ਪਾਕਿਸਤਾਨ ਦੇ ਲੋਕਾਂ ਦਾ ਸੁਭਾਅ ਥੋੜ੍ਹਾ ਜਿਹਾ ਨਾ ਖੁੱਲ੍ਹਾ। ਪਾਕਿਸਤਾਨ ਤੋਂ ਥੋੜ੍ਹਾ ਅਫਗਾਨਿਸਤਾਨ ਲੈ ਜਾਓ, ਥੋੜ੍ਹਾ ਜਿਹਾ ਸੌਖਾ ਹੋ ਜਾਏ। ਔਰ ਉਹ ਤਾਂ ਇਹ ਵੀ ਕਹਿ ਦਿੰਦੇ ਆ, ਕਹਿੰਦੇ ਯਾਰ ਉਹ ਫਲਾਨਾ ਬੰਦਾ ਉਹ ਤਾਂ ਮੇਰੀ ਦੁਸ਼ਮਣੀ ਦੇ ਕਾਬਿਲ ਹੀ ਹੈ ਨਹੀਂ, ਉਹ ਨਹੀਂ ਮੇਰਾ ਦੁਸ਼ਮਣ। ਮੈਂ ਇਹਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ। ਥਿੰਨ ਸਾਹਿਬ ਇਹ ਆਪਣੀ ਕਮਿਊਨਿਟੀ ਤਾਂ ਜਿਹੜੀ ਨਾਰਥ ਦੇ ਵਿੱਚ ਆ, ਖਾਸ ਤੌਰ 'ਤੇ ਜਿਹੜੀ ਫਾਰਮਰਸ ਕਮਿਊਨਿਟੀ ਆ, ਜਿਹੜੇ ਇਹ ਇਸ ਗੱਲ 'ਤੇ ਫਖਰ ਮਹਿਸੂਸ ਕਰਦੇ। ਅਸੀਂ ਤਾਂ 7 ਪੁਸ਼ਤਾਂ ਤੱਕ ਵੈਰ ਰੱਖਦੇ ਹਾਂ ਸਾਡੀ ਕਮਿਊਨਿਟੀ। ਅਸੀਂ ਇੱਦਾਂ ਨਹੀਂ, ਅਸੀਂ ਵੀ ਛੱਡਦੇ ਨਹੀਂ ਹੈ ਜਾ ਕੇ, ਅਸੀਂ ਭੁਲਾਉਂਦੇ ਨਹੀਂ। ਸੱਚੀ ਮੁੱਚੀ ਹੈ ਵੀ, ਆਹੋ ਕਾਫੀ ਕਰਦੇ। ਕਿੰਨੇ ਪੰਜਾਬ ਦੇ ਇਹੋ ਜਿਹੀਆਂ ਫੈਮਿਲੀਜ਼ ਨੇ ਜਿਹੜੇ ਇੱਕ ਤੋਂ ਬਾਅਦ ਦੂਜਾ ਕਤਲ ਤੋਂ ਬਾਅਦ ਤੀਜਾ ਕਤਲ। ਥਿੰਨ ਸਾਹਿਬ ਕਈ ਵਾਰ ਮਰਨ ਲੱਗੇ ਬੰਦੇ ਕਹਿ ਕੇ ਜਾਂਦੇ ਆ ਜਾ ਕੇ, ਮਰਨ ਲੱਗੇ ਬੰਦੇ ਗਾਹਾਂ ਕਹਿ ਕੇ ਜਾਂਦੇ ਆ ਕਿ ਮੇਰੀ ਰੂਹ ਨੂੰ ਸ਼ਾਂਤੀ ਤਾਂ ਆਉਣੀ ਆ ਜਦੋਂ ਫਲਾਨਾ ਵੱਢ, ਜਦ ਤੂੰ ਇਹਨੂੰ ਇੱਦਾਂ ਨਹੀਂ ਕਰਦਾ ਹੈ ਜਾ ਕੇ। ਸੋ ਪਰ ਇਹ ਗੱਲਾਂ ਥਿੰਨ ਸਾਹਿਬ ਜਿਹੜੀਆਂ ਹੈਗੀਆਂ ਮਹੱਜ਼ਬ ਜਿਹੜੇ ਸਮਾਜ ਦੇ ਵਿੱਚ ਐਕਸੈਪਟਡ ਨਹੀਂ ਹੈ। ਹੁਣ ਜਿਹੜੀ ਇਹ ਗੱਲ ਆਈ ਜਾਂਦੀ ਹੈ, ਹੁਣ ਕਿਆ ਇਹ ਰਿਹਾ ਵੀ ਨਹੀਂ ਵੀ ਦੁਸ਼ਮਣੀ ਨਿਭਾਉਣੀ ਕੋਈ ਇੱਦਾਂ ਬਹੁਤ ਪਲੱਸ ਪੁਆਇੰਟ ਨਹੀਂ ਹੈ ਇਹ ਜਾ ਕੇ ਵੀ ਤੂੰ ਬਹੁਤ ਨੇਕ ਆਦਮੀ ਆ ਉਹਨੂੰ ਵਧਾਉਣਾ। ਥਿੰਨ ਸਾਹਿਬ ਇੱਥੇ ਤਾਂ ਮੇਰੀ ਤਾਂ ਕਈ ਵਾਰ ਇੱਦਾਂ ਸਮਝ ਨਹੀਂ ਆਉਂਦੀ ਹੈ ਅੱਜ ਇਸ ਯੁੱਗ ਦੇ ਵਿੱਚ, ਜਿਹਦੇ ਵਿੱਚ ਆ ਤੁਹਾਡਾ ਡਿਵੋਰਸ ਹੋ ਗਿਆ, ਮੈਂ ਕੇਸ ਦੇਖੇ ਅਤੇ ਡਿਵੋਰਸ ਹੋ ਗਿਆ, ਤੁਸੀਂ ਸੈਪਰੇਟ ਹੋ ਗਏ, ਤੁਸੀਂ ਸੈਪਰੇਟ, ਉਹਨੇ ਵੀ ਵਿਆਹ ਕਰਾ ਲਿਆ, ਉਹਨੇ ਵੀ ਪਹਿਲਾ ਹਸਬੈਂਡ ਫਿਰ ਉਹਨੂੰ ਜਾ ਕੇ ਕੁੱਟਣ ਜਾਂਦਾ ਜੀ ਆ ਕੇ ਵੀ ਤੂੰ ਇਹਦੇ ਨਾਲ ਕਿਉਂ ਫਿਰਦੀ ਆ, ਹਾਲਾਂਕਿ ਉਹਦਾ ਡਿਵੋਰਸ ਹੋਇਆ ਆ, ਉੱਪਰ ਫਿਰ ਮਾਰੋ ਮਾਰੀ ਹੋ ਰਹੀ ਹੈ ਜਾ ਕੇ। ਅੱਛਾ, ਉਹ ਇਹ ਮੈਂ ਦੇਖਿਆ ਇਹ ਜਿਹੜੀ ਇੱਥੇ ਦੀ ਦੂਜੀ ਕਮਿਊਨਿਟੀ ਆ ਉਹਦੇ 'ਚ ਘੱਟ ਆ। ਅਸੀਂ ਇੱਕ ਵਾਰ ਇੱਥੇ ਸਾਡੇ ਕੋਲ ਬਿਜ਼ਨਸ ਹੁੰਦਾ, ਰੈਸਟੋਰੈਂਟ ਵੀ ਹੁੰਦਾ ਸੀ, ਉਹ 'ਚ ਚਿਰ ਦੀ ਗੱਲ ਆ, ਉੱਥੇ ਗੋਰਿਆਂ ਨੇ ਕਈ ਵਾਰ ਐਕਸ ਨੂੰ ਲੈ ਕੇ ਜਿਹੜੇ ਹੈਗੇ ਲੰਚ ਕਰਨਾ, ਡਿਨਰ ਕਰਨਾ, ਕਹਿਣਾ ਨਹੀਂ ਕਿਡਸ ਵਾਂਟ ਇਟ, ਬੱਚੇ ਚਾਹੁੰਦੇ ਆ ਵੀ ਅਸੀਂ ਇੱਦਾਂ ਕਰ ਲਈਏ, ਬੱਚੇ ਇੱਦਾਂ ਵੀ ਹੈਗੇ ਆ, ਪਰ ਆਪਣੀ ਕਮਿਊਨਿਟੀ 'ਚ ਇੱਦਾਂ ਨਹੀਂ ਹੈ ਜੀ। ਸੋ ਇੱਕ ਤਾਂ ਮੈਂ ਇਹ ਮੇਰਾ ਆਪਣਾ ਇਹ ਹੈਗਾ ਜਾ ਕੇ ਜੀ ਵੀ ਇਹ
ਜੇ ਨੈਚੁਰਲ ਹੈਗੀ ਵੀ, ਜੇ ਨੈਚੁਰਲ ਹੈਗੀ, ਪਰ ਮੈਨੂੰ ਲੱਗਦਾ ਨੈਚੁਰਲ ਹੈ ਨਹੀਂ। ਨਫ਼ਰਤ ਵਗੈਰਾ ਤਾਂ ਨੈਚੁਰਲ ਹੈਗੀ ਆ, ਇਹ ਨੈਚੁਰਲ ਮੈਨੂੰ ਲੱਗਦਾ ਹੈ ਨਹੀਂ। ਪਰ ਫਿਰ ਵੀ ਮੈਂ ਸਮਝਦਾ ਵੀ ਜਿਹੜੇ ਹੈਗੇ ਇਹਦੇ ਕੁਛ ਗੱਲਾਂ ਹੈਗੀਆਂ ਜਿਨ੍ਹਾਂ 'ਤੇ ਜੇ ਵਿਚਾਰ ਕਰੀਏ ਤਾਂ ਥੋੜ੍ਹਾ ਜਿਹਾ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਇੱਕ ਤਾਂ ਇਹ ਤਾਂ ਆਪਾਂ ਕਰ ਚੁੱਕੇ ਹਾਂ ਵੀ ਇਹ ਇੰਨੀ ਵਾਈਡ ਸਪਰੈਡ ਹੈ ਜੀ। ਇਹ ਇੱਦਾਂ ਨਹੀਂ ਹੈ ਵੀ ਅਮੀਰਾਂ 'ਚ ਆ ਜਾਂ ਗਰੀਬਾਂ 'ਚ ਆ ਜਾਂ ਕਾਲਿਆਂ 'ਚ ਆ ਜਾਂ ਗੋਰਿਆਂ 'ਚ ਆ, ਕਿਸੇ, ਇਹ ਸਾਰਿਆਂ ਦੇ ਵਿੱਚ ਹੀ ਹੈ, ਸਾਰੇ ਮਨੁੱਖਾਂ 'ਚ। ਸਾਰੇ ਮੁਲਕਾਂ ਦੇ ਵਿੱਚ ਦੁਸ਼ਮਣ। ਇੱਕ ਮੈਂ ਦੇਖਿਆ ਜੀ, ਇੱਕ ਕੰਪੀਟੀਸ਼ਨ ਵੀ ਦੁਸ਼ਮਣੀ ਪੈਦਾ ਕਰਦਾ ਜੀ। ਬਿਜ਼ਨਸ ਦਾ ਕੰਪੀਟੀਸ਼ਨ ਵੀ ਬਣਦਾ। ਮੈਂ ਸਪੋਰਟਸ ਦੇ ਕੰਪੀਟੀਸ਼ਨ ਦੇਖੀ ਹੈ ਦੁਸ਼ਮਣੀ ਹੁੰਦੀ ਜਾ ਕੇ ਜੀ। ਅੱਛਾ। ਸਪੋਰਟਸਮੈਨਾਂ ਦੇ ਵਿੱਚ ਜਿਹੜਾ ਕੰਪੀਟੀਸ਼ਨ, ਜਿਹਨੂੰ ਹੈਲਦੀ ਕੰਪੀਟੀਸ਼ਨ ਕਹਿੰਦੇ ਆ ਨਾ ਜੀ, ਉਹ ਬਦਲ ਜਾਂਦਾ ਦੁਸ਼ਮਣੀ ਦੇ ਵਿੱਚ ਜਾ ਕੇ। ਦੁਸ਼ਮਣ ਸਮਝਣ ਲੱਗ ਪੈਂਦੇ ਆ ਦੂਜੇ ਨੂੰ, ਜਿਹੜਾ ਦੂਜੇ ਤੁਹਾਡੇ ਮੁਕਾਬਲੇ ਦਾ ਸਪੋਰਟਸਮੈਨ ਆਉਂਦਾ, ਉਹਨਾਂ ਵਿੱਚ ਕਈ ਵਾਰ ਬੋਲਚਾਲ ਬੰਦ ਕਰ ਦਿੰਦੇ ਆ ਉਹਨਾਂ ਦੇ ਨਾਲ। ਜਿਹੜੇ ਕਹਿੰਦੇ ਟੇਕ ਇਟ ਸਪੋਰਟਿੰਗਲੀ ਨਹੀਂ ਲੈਂਦੇ ਆ ਜਾ ਕੇ, ਵੀ ਇਹਨੂੰ ਲਓ ਜਾ ਕੇ। ਉਹ ਕਹਿੰਦੇ ਇਹ ਮੇਰਾ ਜਿਹੜਾ ਮੁਕਾਬਲੇ ਮੇਰਾ ਦੁਸ਼ਮਣ ਹੈ, ਇਹਨੂੰ ਦੇਖਣਾ ਹੈ, ਜਾ ਕੇ ਦੇਖਾਂਗੇ ਇਹਨੂੰ ਕਿੱਦਾਂ। ਇੱਦਾਂ ਹੀ ਬਿਜ਼ਨਸ 'ਚ ਆ। ਪਰ ਬਾਕਸਿੰਗ ਵਰਗੀਆਂ ਸਪੋਰਟਸ ਤਾਂ ਕਈ ਇਹੋ ਜਿਹੀਆਂ ਨੇ ਜਿਹੜੀਆਂ ਸ਼ਰੇਆਮ ਤੁਸੀਂ ਦੇਖਿਆ ਨਾ, ਇੱਕ ਦੂਜੇ ਨੂੰ ਗਾਲਾਂ ਕੱਢਦੇ ਹੁੰਦੇ ਆ। ਇੱਦਾਂ ਹੀ ਕਰਦੇ ਜਾ ਕੇ। ਇੱਕ ਭਲਵਾਨ ਕੰਨ ਖਾ ਗਿਆ ਸੀ ਕੰਨ ਖਾ ਗਿਆ ਜੀ, ਠੀਕ ਹੈ। ਅੱਛਾ, ਉਹਦੇ ਵਿੱਚ ਥਿੰਦ ਸਾਹਿਬ ਦੇਖੋ, ਇੱਕ ਤਾਂ ਜਿਹੜਾ ਹੈਗਾ ਆ ਇਹ ਜ਼ਰੂਰੀ ਆ। ਮੈਂ ਦੇਖਿਆ ਵੀ ਜਿੱਦਾਂ ਕਈ ਬੰਦੇ ਕਹਿੰਦੇ ਨਾ ਜੀ, ਵੀ ਜਿਸ ਵੇਲੇ ਤੁਸੀਂ ਦੁਸ਼ਮਣੀ ਦੇ ਵਿੱਚ ਆਉਂਦੇ ਆ ਤਾਂ ਤੁਸੀਂ ਆਪਣਾ ਪੀਸ ਖਰਾਬ ਕਰਦੇ ਆ। ਪੀਸ ਖਰਾਬ ਹੁੰਦਾ ਹੈ ਦੁਸ਼ਮਣੀ। ਤੁਸੀਂ ਹਰ ਵੇਲੇ ਤੁਸੀਂ ਸਕੂਨ ਨਾਲ ਨਹੀਂ ਰਹਿ ਸਕਦੇ ਜੇ ਤੁਸੀਂ ਕਿਸੇ ਨਾਲ ਦੁਸ਼ਮਣੀ ਕਰਦੇ ਆ। ਅੱਛਾ, ਇੱਦਾਂ ਦੇ ਬੰਦੇ ਵੀ ਮਿਲੇ ਆ ਜਿਹੜੇ ਕਹਿੰਦੇ ਸਾਨੂੰ ਸਕੂਨ ਹੀ ਦੁਸ਼ਮਣੀ ਨਾਲ ਮਿਲਦਾ। ਮੈਨੂੰ ਮਿਲੇ ਆ ਬੰਦੇ ਜਾ ਕੇ, ਕਹਿੰਦੇ, ਉਹ ਕਹਿੰਦੇ ਜਦ ਤੱਕ ਅਸੀਂ ਜਾਣੀ ਉਦੋਂ ਬਦਲਾ ਲੈ ਨਹੀਂ ਲੈਂਦੇ, ਸਾਨੂੰ ਉਨੀ ਦੇਰ ਤੱਕ ਸਕੂਨ ਨਹੀਂ ਆਉਂਦਾ ਹੈ ਜਾ ਕੇ। ਸੋ ਇਨਸਾਨਾਂ ਦੀ ਵੀ ਫਿਤਰਤ ਕਿਹੜੀ ਇੱਕੋ ਜਿਹੀ ਹੈ। ਮੈਂ ਦੇਖਿਆ ਜੀ, ਕੋਈ ਕਿਸੇ ਤਰ੍ਹਾਂ ਸੋਚਦਾ, ਕੋਈ ਕਿਸੇ ਤਰ੍ਹਾਂ ਸੋਚਦਾ। ਪਰ ਮੈਂ ਥਿੰਦ ਸਾਹਿਬ ਇੱਦਾਂ ਸਮਝਾਂ ਵੀ ਪਹਿਲਾ ਕਾਰਨ ਤਾਂ ਜ਼ਰੂਰ ਇਹ ਹੋਣਾ ਚਾਹੀਦਾ ਜੀ ਵੀ ਆਪਣੇ ਆਪ ਨੂੰ 100% ਠੀਕ ਨਾ ਸਮਝੋ। ਕਿਉਂਕਿ ਇਹ ਵੱਡਾ ਕਾਰਨ ਇੱਕ ਬਣ ਜਾਂਦਾ ਜਾ ਕੇ ਜੀ। ਜਿਸ ਵੇਲੇ ਤੁਸੀਂ ਹੁਣੇ ਦੱਸ ਕੇ ਹਟੇ ਜਾ ਕੇ ਵੀ ਜਿਸ ਵੇਲੇ ਵਿਚਾਰਾਂ ਦੇ ਵਿਰੋਧ ਕਰਕੇ ਨਾ ਮੈਂ 100% ਠੀਕ ਹਾਂ, ਮੈਂ 100% ਠੀਕ ਹਾਂ, ਉੱਥੋਂ ਰੌਲਾ ਪੈ ਜਾਂਦਾ ਜੀ ਵੀ ਤੂੰ ਠੀਕ ਨਹੀਂ ਹੈ। ਪ੍ਰੋਫੈਸਰ ਸਾਹਿਬ, ਬੰਦੇ ਨੂੰ ਮਾਪਣ ਲਈ ਵੀ ਉਹਦੀ ਕ੍ਰੈਡੀਬਿਲਿਟੀ ਅਤੇ ਉਹਦਾ ਸਟੈਂਡਰਡ ਅਤੇ ਉਹਦਾ ਵਧੀਆ ਹੋਣਾ, ਕਈ ਲੋਕ ਇਹਨੂੰ ਇਸ ਗਜ਼ ਨਾਲ ਮਿਣਦੇ ਆ ਕਿ ਇਹਦੇ ਦੁਸ਼ਮਣ ਕਿੰਨੇ ਕਾ। ਮੇਰਾ ਮਾਮਾ, ਮੈਂ ਕਹਿੰਦਾ ਸੁਣਿਆ, ਇਹ ਕਿਹੜਾ ਬੰਦਿਆਂ 'ਚ ਬੰਦਾ। ਮੈਂ ਕਿਉਂ? ਕਹਿੰਦਾ ਮੇਰਾ ਕੋਈ ਦੁਸ਼ਮਣ ਹੀ ਹੈ ਨਹੀਂ। ਜਿਹੜੇ ਬੰਦੇ ਦਾ ਦੁਸ਼ਮਣ ਹੀ ਨਹੀਂ ਕੋਈ ਕਿਸੇ ਨਾਲ, ਉਹ ਕਾਹਦੇ ਬੰਦੇ ਹੁੰਦੇ? ਉਹਦੇ ਲਈ ਇਹ ਸੀ ਕਿ ਦੁਸ਼ਮਣੀ ਹੋਣੀ ਬਹੁਤ ਜ਼ਰੂਰੀ ਆ। ਹਾਂ, ਉਹ ਥਿੰਦ ਸਾਹਿਬ ਜਿਹੜੀ ਥਿੰਕਿੰਗ ਆ, ਇਹ ਮੈਨੂੰ ਇੱਦਾਂ ਲੱਗਦਾ ਵੀ ਇਹ ਹੌਲੀ ਫੇਡਿੰਗ ਆ, ਡਾਈ ਆਊਟ ਕਰ ਰਹੀ ਹੈ ਜਾ ਕੇ। ਹੁਣ ਦਾ ਜਿਹੜਾ ਇਨਸਾਨ ਆ, ਹੁਣ ਉਹ ਹੋਰ ਰਾਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜਾ ਕੇ। ਵੀ ਬੈਠ ਕੇ ਗੱਲ ਬਣਾ ਲਓ ਜਾ ਕੇ ਬੈਠ ਕੇ ਗੱਲ। ਕਿਹੜਾ ਮਸਲਾ ਹੈ ਜਿਹਦਾ ਬੈਠ ਕੇ ਹੱਲ ਨਹੀਂ ਹੁੰਦਾ ਹੈ ਜਾ ਕੇ। ਹੁਣ ਇੱਦਾਂ ਸੋਚਣ ਲੱਗ ਪਿਆ ਜਾ ਕੇ ਵੀ ਜਿੰਨੀ ਵੀ ਮਰਜ਼ੀ ਦੁਸ਼ਮਣੀ ਹੋਵੇ, ਚਾਹੇ ਫਸਟ ਵਰਲਡ ਵਾਰ ਹੋਵੇ, ਸੈਕੰਡ, ਇਵੈਂਚੁਅਲੀ ਤਾਂ ਬੈਠਣਾ ਹੀ ਪੈਣਾ ਤੁਹਾਨੂੰ ਜਾ ਕੇ। ਵੀ ਦੁਸ਼ਮਣੀ ਨੂੰ ਖਤਮ ਕਰਨ ਵਾਲੀ, ਮੈਨੂੰ ਲੱਗਦਾ ਵੀ ਇਨਸਾਨ ਪਹਿਲਾਂ ਨਾਲੋਂ ਬੈਟਰ ਹੋ ਰਿਹਾ, ਘੱਟ ਕਰ ਰਿਹਾ ਜਾ ਕੇ। ਦੁਸ਼ਮਣੀ ਤੋਂ ਪਿੱਛੇ ਜਾ ਰਿਹਾ ਜਾ ਕੇ। ਨਹੀਂ, ਬਸ ਜਿਹੜੇ ਹੋ ਰਹੇ ਨਾ, ਤੁਹਾਨੂੰ ਲੱਗਦੇ ਆ, ਪ੍ਰਤੀਤ ਹੁੰਦੇ ਆ, ਹੋ ਨਹੀਂ ਰਹੇ। ਕਿਉਂ? ਫਰਜ਼ ਕਰੋ ਦੋ ਬੰਦਿਆਂ ਦੀ ਦੁਸ਼ਮਣੀ ਆ, ਉਹਨੂੰ ਪਤਾ ਵੀ ਹੁਣ ਇਹਨੇ ਵੀ ਵਕੀਲ ਕਰਨਾ, ਮੈਂ ਵੀ ਵਕੀਲ ਕਰਨਾ, ਮੁਕੱਦਮਾ ਚੱਲਣਾ, ਲੱਖਾਂ ਡਾਲਰ ਲੱਗ ਸਕਦੇ ਆ। ਸੋ ਐਂ ਕਰੋ, ਸਮਝੌਤਾ ਕਰ ਲਓ। ਵਿੱਚ ਬੰਦੇ ਪਾ ਕੇ ਜਾਣ ਬੁੱਝ ਕੇ ਸਮਝੌਤਾ ਵੀ ਕਰ ਲੈਂਦੇ ਆ। ਸਮਝੌਤਾ ਹੋਣ ਤੋਂ ਬਾਵਜੂਦ ਇਹਦਾ ਮਤਲਬ ਇਹ ਨਹੀਂ ਕਿ ਉਹ ਇੱਕ ਦੂਜੇ ਨਾਲ ਹੁਣ ਉਹਨਾਂ ਦੇ ਪਿਆਰ ਮੁਹੱਬਤ 'ਤੇ ਖਲੂਸ ਹੋ ਗਿਆ। ਸਗੋਂ ਉਹਨਾਂ ਨੇ ਤਾਂ ਆਪਣੇ ਖਰਚੇ ਬਚਾਏ ਆ। ਉਹਨਾਂ ਨੇ ਤਾਂ ਡਾਲਰ ਸੇਵ ਕਰਨ ਲਈ ਇੱਕ ਰਾਹ ਲੱਭ ਲਿਆ। ਜਿਹੜਾ ਤੁਸੀਂ ਰਾਹ ਕਹਿ ਰਹੇ ਹੋ, ਉਹਨਾਂ ਦੇ ਵਿਚਾਰਾਂ ਦੇ ਵਿੱਚ ਫਰਕ ਨਹੀਂ। ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਉਹ ਦੁਸ਼ਮਣੀ ਦਾ ਲੈਵਲ ਥੋੜ੍ਹਾ ਡਾਊਨ ਆ ਗਿਆ। ਦੁਸ਼ਮਣੀ ਦਾ ਲੈਵਲ ਜਿੱਥੇ ਮਾਰਕਟਾਈ ਤਾਂ ਸੀਗਾ, ਦੂਜਾ ਉਹ ਅੱਗੇ ਜਿਹਨੂੰ ਕੋਐਗਜ਼ਿਸਟ ਆ ਗਿਆ ਜਾ ਕੇ। ਤੁਸੀਂ ਆਪਣੇ ਤੇ ਠੀਕ ਆ, ਤੁਸੀਂ ਆਪਣੇ ਸਿੰਘ ਆ। ਅੱਛਾ, ਇਹ ਹੁੰਦੇ ਕਿੱਦਾਂ ਇੱਥੇ ਨਾ, ਦੁਸ਼ਮਣੀ ਦੇ ਵੀ ਗ੍ਰੇਡੇਸ਼ਨ ਆ। ਜਿੱਦਾਂ ਕਈ ਵਾਰ ਤੁਸੀਂ ਦੁਸ਼ਮਣੀ ਤੁਹਾਡੀ ਹੁੰਦੀ ਹੈ, ਤੁਸੀਂ ਬੋਲਚਾਲ ਬੰਦ ਕਰ ਦਿੰਦੇ ਆ। ਤੁਸੀਂ ਕਹਿੰਦੇ ਬੰਦੇ ਨਾਲ ਬੋਲਣਾ ਹੀ ਨਹੀਂ ਹੈ ਜਾ ਕੇ। ਇਹ ਤੁਹਾਡਾ ਪ੍ਰਗਟਾਵਾ ਆ ਦੁਸ਼ਮਣੀ ਦਾ। ਬੋਲਚਾਲ ਬੰਦ ਕਰ ਦਿੱਤੀ। ਕਈ ਵਾਰ ਇੱਦਾਂ ਹੁੰਦੀ ਹੈ ਦੁਸ਼ਮਣੀ ਦੇ ਵਿੱਚ, ਤੁਸੀਂ ਕਿਸੇ ਮਹਿਫਲ 'ਚ ਬੈਠੇ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ। ਵਿੱਚੋਂ ਦੁਸ਼ਮਣੀ ਕਰਕੇ ਉਹਨੂੰ ਨੀਚਾ ਦਿਖਾ ਲੂੰਗੇ, ਬਿਲਿਟਲ ਕਰੂੰਗੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ। ਉਹਨੂੰ ਜਾ ਕੇ ਉਹਨੂੰ ਇਹਨੂੰ ਆਪਣੀ ਥੈਂ ਦਿਖਾ ਦੇਣਾ ਮੈਂ ਜਾ ਕੇ। ਉਹ ਵੀ ਇੱਕ ਦੁਸ਼ਮਣੀ ਦਾ ਸਾਧਨ ਹੈ। ਔਰ ਕਈਆਂ ਬੰਦਿਆਂ ਦੇ ਵਿੱਚ ਫਿਰ ਜਿੱਦਾਂ ਤੁਸੀਂ ਹੁਣ ਗੱਲ ਕਰਕੇ ਹਟੇ ਆ, ਉਹ ਫਿਰ ਮੁਕੱਦਮੇਬਾਜ਼ੀ ਤੱਕ ਜਾਂਦੇ ਆ। ਫਿਰ ਦੁਸ਼ਮਣੀ ਜਾ ਕੇ ਕੋਰਟ ਜਾਂ ਵਕੀਲਾਂ ਕਰਦੇ ਆ, ਉਹ ਕਰਦੇ ਮੁਕੱਦਮੇ। ਕਈ ਫਿਰ ਜਾ ਕੇ ਜਿਹੜੇ ਹੈਗੇ ਆ ਉਹ ਫਿਰ ਫਿਜ਼ੀਕਲ ਹਾਰਮ ਵੀ ਕਰਦੇ ਆ।
ਉਹ ਇੱਥੇ ਤੱਕ ਜਾਂਦੇ ਆ, ਉਹ ਕੋਈ ਮਾਰਕਟਾਈ ਕਰਕੇ ਕਤਲ ਤੱਕ ਵੀ ਜਾਂਦੇ ਆ। ਸੋ ਦੁਸ਼ਮਣੀ ਦੇ ਵੀ ਜੇ ਹਰ ਬੰਦੇ ਦਾ ਆਪਣੇ 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 ਲੈਵਲ ਦੇ ਹਿਸਾਬ ਨਾਲ ਚੱਲਦਾ ਜਾ ਕੇ, ਕਿੱਦਾਂ ਕਿੱਦਾਂ ਕਰਦੇ ਜਾ ਕੇ ਜਿੱਦਾਂ ਜਿੱਦਾਂ। ਸੋ ਇਹਨੂੰ ਜਿੰਨਾ ਮੈਂ ਇਹ ਕਹੂੰਗਾ, ਚਲੋ ਨਾ ਇਹਨੂੰ ਜਿੰਨਾ ਘਟਾਇਆ ਜਾ ਸਕੇ ਉਨਾ ਠੀਕ ਆ, ਕਿਉਂਕਿ ਨਫ਼ਰਤ ਦੇ ਵਿੱਚੋਂ ਦੁਸ਼ਮਣੀ ਨਿਕਲਣੀ ਹੈ ਜਾ ਕੇ। ਪਹਿਲੀ ਸਟੇਜ ਜਿਹੜੀ ਹੈਗੀ ਨਫ਼ਰਤ ਆਉਣੀ ਹੈ ਜੀ, ਕਿਸੇ ਨਫ਼ਰਤ 'ਚੋਂ ਫਿਰ ਦੁਸ਼ਮਣੀ ਨਿਕਲ ਕੇ ਹੌਲੀ ਹੌਲੀ ਹੋ ਗਈ। ਪਰ ਹੁਣ ਜਿੱਦੇ ਫਾਈਨੈਂਸਸ ਇਨਵੋਲਵ ਹੋ ਜਾਂਦੇ ਆ, ਕਿਤੇ ਦੂਜੇ ਇਨਵੋਲਵ ਹੋ ਜਾਂਦੇ ਆ। ਪਰ ਇੱਕ ਗੱਲ ਮੈਂ ਜ਼ਰੂਰ ਸਮਝਦਾ ਵੀ ਜਿੱਥੇ ਇੱਕ ਤਾਂ ਆਪਾਂ ਤੁਹਾਨੂੰ ਪਤਾ ਬਹੁਤਿਆਂ ਪ੍ਰੋਗਰਾਮਾਂ 'ਚ ਇਹ ਗੱਲ ਕਰਦੇ ਹਾਂ, ਫੋਲੋ ਦੀ ਲਾ। ਇਹਦੇ ਨਾਲ ਮਸਲੇ ਬਹੁਤ ਹੱਲ ਹੋ ਜਾਂਦੇ ਆ ਜਾ ਕੇ, ਵੀ ਜੋ ਸਮੇਂ ਦਾ ਕਾਨੂੰਨ ਹੈਗਾ ਜਿੱਥੇ ਤੁਸੀਂ ਰਹਿ ਰਹੇ ਆ ਉਹਨੂੰ ਫੋਲੋ ਕਰੀ ਜਾਓ ਅਤੇ ਕਾਫੀ ਮਸਲੇ ਉਹਨਾਂ ਹੱਲ ਹੋ ਜਾਂਦੇ ਆ ਜਾ ਕੇ। ਫਿਰ ਤੁਸੀਂ ਬਹੁਤੇ ਝਗੜਿਆਂ ਦੇ ਵਿੱਚ ਪੈਂਦੇ ਨਹੀਂ ਹੈ ਜਾ ਕੇ। ਅੱਛਾ, ਇੱਕ ਮੈਂ ਇਹ ਦੱਸਦਾ ਵੀ ਜਿਹੜੇ ਘਰੇਲੂ ਝਗੜੇ ਹੁੰਦਾ ਉਹ ਦੁਸ਼ਮਣੀ ਨਹੀਂ ਉਹਨੂੰ ਕਹਿੰਦੇ ਆਪਾਂ ਜਾ ਕੇ। ਘਰਾਂ ਦੇ ਵਿੱਚੋਂ ਨਿਆਣਿਆਂ ਨੂੰ ਦਬਕ ਦਿੱਤਾ ਜਾ, ਉਹ ਕਰ ਦਿੱਤਾ, ਫਲਾਨਾ ਕਰਦਾ, ਉਹ ਘਰੇਲੂ ਝਗੜੇ ਤਾਂ ਹੁੰਦੇ ਆ ਪਰ ਉਹ ਦੁਸ਼ਮਣੀ ਨਹੀਂ ਪੈਦਾ ਕਰਦੇ। ਪਰ ਜੇ ਘਰੇਲੂ ਝਗੜਿਆਂ ਨੂੰ ਵੀ ਫਿਕਸ ਨਾ ਕੀਤਾ ਜਾਵੇ ਤਾਂ ਹੌਲੀ 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 ਉਹ ਵੀ ਦੁਸ਼ਮਣੀ ਤੱਕ ਜਾ ਸਕਦੇ ਆ। ਤਿੰਨ ਸਾਹਿਬ ਮੈਂ ਦੇਖਿਆ ਭਰਾਵਾਂ ਦੇ ਕਤਲ ਹੁੰਦੇ, ਮੈਂ ਦੇਖਿਆ ਉਹ ਹੌਲੀ ਹੌਲੀ ਗੱਲ ਵੱਧਦੀ 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 ਇੰਨੀ ਵੱਧ ਜਾਂਦੀ ਹੈ। ਸੋ ਇਹਦੇ ਲਈ ਇਹ ਆ, ਜਿਸ ਵੇਲੇ ਵੀ ਕਿਸੇ ਦੇ ਪ੍ਰਤੀ ਨਫ਼ਰਤ ਪੈਦਾ ਹੋਣ ਲੱਗੇ ਜੀ, ਉਸ ਵੇਲੇ ਦਿਮਾਗ 'ਚ ਹੈਗਾ ਵੀ ਇਹਦਾ ਆਪਣਾ ਵਿਚਾਰ ਹੈ, ਇਹਦਾ ਆਪਣਾ ਵਿਚਾਰ ਹੈ, ਇਹ ਸਹੀ ਵੀ ਹੋ ਸਕਦਾ। ਦੁਸ਼ਮਣੀ ਪਹਿਲਾਂ ਪੈਦਾ ਹੁੰਦੀ ਹੈ ਕਿ ਨਫ਼ਰਤ ਪਹਿਲਾਂ ਪੈਦਾ ਹੁੰਦੀ ਹੈ? ਮੈਨੂੰ ਤਾਂ ਐਸਾ ਲੱਗਦਾ ਵੀ ਨਫ਼ਰਤ ਪਹਿਲਾਂ ਪੈਦਾ ਹੁੰਦੀ ਹੈ। ਨਫ਼ਰਤ ਪਹਿਲਾਂ ਪੈਦਾ ਹੋਈ ਆ। ਨਫ਼ਰਤ ਹੈ, ਨਫ਼ਰਤ 'ਚੋਂ ਫਿਰ ਗੁੱਸਾ ਪੈਦਾ ਹੁੰਦਾ, ਗੁੱਸੇ 'ਚੋਂ ਫਿਰ ਦੁਸ਼ਮਣੀ ਪੈਦਾ ਹੁੰਦੀ ਹੈ। ਜਿਹੜੀ ਦੁਸ਼ਮਣੀ ਆ ਉਹ ਸਡਨ ਬਹੁਤ ਘੱਟ ਹੁੰਦੀ ਆ ਉਹਦਾ, ਪਰ ਸਡਨ ਬਹੁਤ ਘੱਟ ਹੁੰਦੀ ਆ। ਉਹ ਗ੍ਰੈਜੂਅਲੀ ਹੌਲੀ 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 ਬਿਲਡ ਹੁੰਦੀ ਹੈ ਜਦ ਕਿਸੇ ਬੰਦੇ ਦੇ ਨਾਲ ਤੁਹਾਡੇ ਸੰਬੰਧ ਇੱਦਾਂ ਦੇ ਆ ਜਾਂਦੇ ਆ। ਸੋ ਮੈਂ ਇੱਦਾਂ ਸਮਝਦਾ ਵੀ ਜੇ ਅਸੀਂ ਨਫ਼ਰਤ ਥੋੜ੍ਹੀ ਜਿਹੜੀ ਆਪਣੇ ਘਟਾ ਲਈ ਜਾਵੇ ਨਾ ਜੀ ਦੂਜੇ ਪ੍ਰਤੀ, ਔਰ ਇਹ ਗੱਲ ਮੰਨ ਲਈ ਜਾਵੇ ਵੀ ਇਹਨੂੰ ਵੀ ਰਾਈਟ ਆ ਵਿਚਾਰ ਰੱਖਣ ਦਾ। ਜਿਹਦਾ ਸ਼ੁਰੂ 'ਚ ਤੁਸੀਂ ਇਹ ਗੱਲ ਕਹੀ ਸੀ, ਉਹੀ ਗੱਲ ਆ ਵੀ ਇਹਨੂੰ ਵੀ ਰਾਈਟ ਹੈਗਾ ਵਿਚਾਰ ਰੱਖਣ ਦਾ, ਔਰ ਹੋ ਸਕਦਾ ਇਹਦਾ ਵਿਚਾਰ ਠੀਕ ਵੀ ਹੋਵੇ। ਹਰ ਜਿਹੜੀ ਗੱਲ ਹੈਗੀ ਆ ਸੈਂਸ ਆਫ ਝਗੜਾ ਉੱਥੋਂ ਹੀ ਪੈਂਦਾ ਜਦੋਂ ਬੰਦੇ ਨੂੰ ਇਹ ਲੱਗਦਾ ਵੀ ਮੈਂ ਹੀ ਠੀਕ ਹਾਂ, ਮੈਂ ਹੀ ਠੀਕ ਹਾਂ। ਨਹੀਂ, ਜਦੋਂ ਇੱਕ ਵਾਰੀ ਦੁਸ਼ਮਣੀ ਪੈਦਾ ਹੋ ਜਾਵੇ ਨਾ, ਫਿਰ ਚਾਹੇ ਉਹਦਾ ਠੀਕ ਵਿਚਾਰ ਵੀ ਹੋਵੇ, ਉਹਨੂੰ ਕੰਟਰਾਡਿਕਟ ਕਰਨਾ ਹੀ ਦੁਸ਼ਮਣੀ ਆ। ਸੈਂਸ ਆਫ ਦੁਸ਼ਮਣੀ ਜਦ ਪੈਦਾ ਵੀ ਹੁੰਦੀ ਹੈ, ਦੁਸ਼ਮਣੀ ਹੱਲ ਵੀ ਹੁੰਦੀ ਹੈ। ਦੁਸ਼ਮਣੀ ਦੋਸਤੀ ਵਿੱਚ ਵੀ ਬਦਲਦੀ ਹੈ, ਚਾਹੇ ਉਸ ਲੈਵਲ 'ਤੇ ਨਹੀਂ, ਉਹ ਬਦਲਦੀ ਹੈ। ਜੇ ਤੁਸੀਂ ਥੋੜ੍ਹਾ ਜਿਹਾ ਸਿੱਧੇ ਰਾਹ ਪੈ ਜਾਏ, ਤੁਹਾਡੀ ਕੰਪਨੀ ਚੰਗੀ ਹੋ ਜਾਂਦੀ, ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਆ, ਇਹਦੇ ਨੁਕਸਾਨ ਦੇਖਦੇ ਆ ਤੁਸੀਂ ਕੀ ਹੁੰਦੇ ਆ ਜਾ ਕੇ। ਥਿੰਕਿੰਗ ਜਿਹੜੀ ਆ, ਰਾਈਟਫੁਲ ਥਿੰਕਿੰਗ ਜਿਹੜੀ ਆ, ਇਹ ਤੁਹਾਨੂੰ ਸਿੱਧੇ ਰਾਹ 'ਤੇ ਲੈ ਆਉਂਦੀ ਹੈ ਜਾ ਕੇ। ਸੋ ਦੁਸ਼ਮਣੀ ਦੇ ਲਈ ਜਾਣੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਾਂ ਇਹ ਹੀ ਬਹੁਤ ਜ਼ਰੂਰੀ ਆ। ਤਿੰਨ ਸਾਹਿਬ ਜਿਹੜੇ ਹੈਗੇ ਆ, ਇਹਦੇ ਨੁਕਸਾਨ ਜਿਹੜੇ ਆ ਜ਼ਰੂਰ ਦੇਖ ਲੈਣੇ ਚਾਹੀਦੇ ਆ ਵੀ ਇਹਦੇ 'ਚੋਂ ਨਿਕਲਣਾ ਕੀ ਆ, ਇਹਦੇ 'ਚੋਂ ਨਿਕਲਣਾ ਕੀ। ਇਵੈਂਚੁਅਲੀ ਕੁਛ ਨਹੀਂ ਨਿਕਲਣਾ ਥਿੰਦਾ, ਇਹ ਮੈਂ ਤੁਹਾਨੂੰ ਦੱਸਦਾ ਵੀ ਆਖਰ ਦੇ ਵਿੱਚ ਇਹ 'ਚੋਂ ਨਿਕਲਣਾ ਕੁਛ ਨਹੀਂ ਹੈ। ਇਵੈਂਚੁਅਲੀ ਜੇ ਨਿਕਲੂਗੀ ਤਾਂ ਮਾੜੀ ਗੱਲ ਨਿਕਲੂਗੀ ਜੇ ਇਹਨੂੰ ਸੋਲਵ ਆਪਾਂ ਨਾ ਕੀਤਾ। ਨਿਕਲਦਾ ਕਿਉਂ ਨਹੀਂ? ਨਿਕਲਦਾ ਇਹ ਆ ਵੀ ਜਿਹੜਾ ਦੁਸ਼ਮਣ ਹੈ, ਜਿਹਦੀ ਨਾਲ ਦੁਸ਼ਮਣੀ ਆ, ਉਹ ਬੰਦਾ ਮਰਨ ਲੱਗੇ, ਤੁਸੀਂ ਵੱਧ ਤੋਂ ਵੱਧ ਡੈਥ ਹੀ ਹੈ ਨਾ, ਉਹ ਬੰਦੇ ਦਾ ਖਤਮ ਹੋ ਜਾਏਗਾ ਕਿੱਸਾ। ਉਹ ਮਰਨ ਲੱਗਿਆ ਵੀ ਆਪਣੇ ਬੱਚਿਆਂ ਨੂੰ ਕਹਿ ਜਾਂਦਾ ਵੀ ਲੈ ਵੀ ਦੁਸ਼ਮਣੀ ਚਾਲੂ ਰੱਖੇ। ਫਿਰ ਉਹ ਮੈਂ ਤਾਂ ਹੀ ਕਹਿੰਦਾ ਨਾ ਜੀ, ਉਸ ਦੁਸ਼ਮਣੀ ਦੇ ਵਿੱਚੋਂ ਨਿਕਲਣਾ ਕੀ ਹੈ ਜੀ। ਇਵੈਂਚੁਅਲੀ ਜਾ ਕੇ ਬੱਚੇ ਵੀ ਉਸੇ ਰਾਹ 'ਤੇ ਚੱਲੂਗੇ ਜੀ। ਬੱਚਿਆਂ 'ਤੇ ਵੀ ਮਾਰ ਕਟਾਈ ਹੋਊਗੀ, ਹੋ ਸਕਦਾ ਮਰਨ ਤੱਕ ਜਾਣ ਬੰਦੇ ਜਾ ਕੇ, ਹੋ ਸਕਦਾ ਨੁਕਸਾਨ ਹੋਰ ਕਿਸਮ ਦਾ ਨੁਕਸਾਨ ਉਠਾਉਣ। ਅੱਛਾ, ਜਿਹੜੀ ਆ ਤੁਸੀਂ ਗੱਲ ਕੀਤੀ ਹੈ ਵੀ ਦੁਸ਼ਮਣੀ ਦੋਸਤੀ 'ਚ ਬਦਲ ਜਾਂਦੀ ਆ, ਦੋਸਤੀਆਂ ਤਾਂ ਦੁਸ਼ਮਣੀ 'ਚ ਬਦਲਦੀਆਂ ਦੇਖੀਆਂ ਨੇ ਮੈਂ। ਹਾਂ, ਪਰ ਦੁਸ਼ਮਣੀ ਦੋਸਤੀ 'ਚ ਜੇ ਬਦਲ ਵੀ ਜਾਵੇ ਕਿਸੇ ਤਰੀਕੇ ਨਾਲ ਤਾਂ ਰੀਅਲ ਦੋਸਤੀ ਨਹੀਂ ਬਣ ਸਕਦੀ ਮੇਰੇ ਖਿਆਲ 'ਚ। ਸੈਂਸ ਸਾਹਿਬ ਮੈਂ ਦੇਖੋ, ਇੱਕ ਤੁਸੀਂ ਜੇ ਬੜੇ ਲੈਵਲ 'ਤੇ ਸੋਚੋ ਨਾ, ਮੁਲਕਾਂ 'ਚ ਵੀ ਇੱਦਾਂ ਹੁੰਦੀ ਆਈ ਹੈ, ਮੁਲਕਾਂ 'ਚ ਵੀ ਹੁੰਦੀ ਆਈ ਹੈ, ਦੁਸ਼ਮਣੀ ਤੋਂ ਦੋਸਤੀ ਬਦਲਦੀ ਆਈ ਹੈ ਜਾ ਕੇ। ਅਤੇ ਇਹ ਪਰਿਵਾਰਾਂ ਦੇ ਵਿੱਚ ਵੀ ਇੱਦਾਂ ਹੁੰਦੀ ਆਈ ਹੈ ਜਾ ਕੇ, ਪਰਿਵਾਰਾਂ ਦੇ ਵਿੱਚ ਵੀ ਹੁੰਦੀ ਆਈ ਆ। ਪਹਿਲਾਂ ਆਪਣਾ ਦੋ ਭਰਾਵਾਂ ਦੇ ਵਿੱਚ ਬਹੁਤ ਦੁਸ਼ਮਣੀ ਹੁੰਦੀ ਆ, ਪਰ ਇਵੈਂਚੁਅਲੀ ਹੌਲੀ ਬੈਠ ਕੇ ਕਈ ਇੱਦਾਂ ਦੀ ਚੀਜ਼ਾਂ ਆ ਜਾਂਦੀਆਂ, ਸਾਂਝੀਆਂ ਚੀਜ਼ਾਂ ਆ ਜਾਂਦੀਆਂ। ਮਸਲਾ ਕਿਤੇ ਵਿਆਹ ਸ਼ਾਦੀ ਆ ਗਈ, ਦੂਜੀ ਆ ਗਈ ਜਾ ਕੇ, ਚਲੋ ਹੁਣ ਛੱਡੋ ਪਰੇ ਜਾ ਕੇ ਉਹ ਫਿਰ ਮੁੜ ਕੇ ਆ ਜਾਂਦੀ ਹੈ, ਚੰਗੇ ਫਿਰ ਰਿਲੇਸ਼ਨ ਬਣ ਜਾਂਦੇ ਆ। ਸੋ ਇਹ ਕਦੇ ਨਾ ਸੋਚੋ ਜਾ ਕੇ ਵੀ ਮੇਰੀ ਹੁਣ ਇਹਨਾਂ ਦੁਸ਼ਮਣੀ ਹੋ ਗਈ ਆ, ਹੁਣ ਮੈਂ ਮਰਨ ਤੱਕ ਨਿਭਾਉਣੀ ਆ। ਇਹ ਨਹੀਂ, ਕੋਸ਼ਿਸ਼ ਕਰੋ ਇਸ ਗੱਲ ਦੇ ਉੱਤੇ ਵੀ ਜਿਹੜਾ ਹੈਗਾ ਦੁਸ਼ਮਣ ਨੂੰ ਵੀ ਦੋਸਤ ਦੇ ਵਿੱਚ। ਜਿੱਦਾਂ ਹੁਣ ਇੱਕ ਵਾਰ ਉਹ ਲਿੰਕਨ ਨੇ ਕਿਹਾ, ਉਹ ਕਹਿੰਦਾ ਆਈ ਕਿਲਡ ਮਾਈ ਐਨੀਮੀ ਬਾਈ ਮੇਕਿੰਗ ਹਿਮ ਮਾਈ ਫਰੈਂਡ। ਮੈਂ ਉਹਨੂੰ ਫਰੈਂਡ ਹੀ ਬਣਾ ਲਿਆ, ਕਹਿੰਦਾ ਆਪਣਾ। ਦੁਸ਼ਮਣੀ ਖਤਮ ਕਰ ਦਿੱਤਾ ਉਹਨੇ, ਮੈਂ ਦੁਸ਼ਮਣੀ ਖਤਮ ਕਰ ਦਿੱਤੀ। ਦੁਸ਼ਮਣੀ ਸਗੋਂ ਇਹ ਇਨਸਾਨ 'ਤੇ ਆ ਨਿਰਭਰ ਕਰਦਾ ਜਾ ਕੇ ਵੀ ਤੁਸੀਂ ਲਾਈਫ ਐਜ਼ ਏ ਦੁਸ਼ਮਣ ਜੀਣੀ ਹੈ ਜਾਂ ਤੁਸੀਂ ਐਜ਼ ਏ ਦੋਸਤ ਦੀ ਐਜ਼ ਏ ਮਿੱਤਰ ਦੀ ਚੰਗੇ ਰਿਲੇਸ਼ਨ ਜੀਣੇ ਆ। ਜਦੋਂ ਤੁਹਾਨੂੰ
ਮੈਨੂੰ ਤਾਂ ਇੱਦਾਂ ਲੱਗਦਾ ਥਿੰਦ ਸਾਹਿਬ, ਜੇ ਦੁਸ਼ਮਣੀ ਆ ਉਹਦੇ ਨਾਲ ਸਕੂਨ ਨਹੀਂ, ਜੇ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਗੁੱਡ ਆਤਮਾ ਹੈਗੀ ਜਾ ਕੇ, ਤਾਂ ਫਿਰ ਤੁਹਾਨੂੰ ਸਕੂਨ ਨਹੀਂ ਮਿਲਣਾ ਹੈ ਦੁਸ਼ਮਣੀ ਦੇ ਨਾਲ। ਜਿਹੜੇ ਪ੍ਰਾਊਡ ਲੋਕ ਨੇ, ਜਿਹੜੇ ਕਹਿੰਦੇ ਨੇ ਕਿ ਬੰਦੇ ਜੋ ਚ ਅਣਖ ਤਾਂ ਕਿੱਥੇ ਗਈ ਫਿਰ, ਜੇ ਉਹਨੇ ਆਪਣੇ ਦੁਸ਼ਮਣ ਨੂੰ ਦੋਸਤ ਬਣਾ ਲਿਆ, ਉਹ ਤਾਂ ਅਣਖੀ ਲੋਕ ਨਹੀਂ। ਥਿੰਦ ਸਾਹਿਬ, ਅਣਖ ਇਸ ਗੱਲ ਦੇ ਵਿੱਚ ਪੈਦਾ ਕਰੋ ਵੀ ਮੈਂ ਦੂਜਿਆਂ ਦਾ ਫਾਇਦਾ ਕਿੰਨਾ ਕਰਦਾ, ਮੈਂ ਦੂਜਿਆਂ ਨੂੰ ਚੰਗਾ ਕਿੰਨਾ ਲੱਗਦਾ, ਮੈਂ ਕਿਸੇ ਦਾ ਭਲਾ ਕੀ ਕਰਦਾ, ਇਹ ਅਣਖ ਆ। ਅਣਖ ਦੂਜੇ ਦਾ ਨੁਕਸਾਨ ਕਰਨ ਦੇ ਵਿੱਚ ਮੈਨੂੰ ਨਹੀਂ ਲੱਗਦੀ ਹੈ ਵੀ ਅਣਖ ਹੈ। ਇਹ ਤੇ ਮਾਣ ਕਰਨ ਵਾਲੀ ਗੱਲ ਹੈ, ਮੈਂ ਦੇਖੋ ਉਹਦੀ ਲੱਤ ਵੱਢ ਦਿੱਤੀ, ਠੀਕ ਹੈ ਨਾ, ਇਹ ਅਣਖ ਹੀ ਆ। ਮੈਂ ਉਹਦੀ ਜਿਹੜੀ ਹੈਗੀ ਆ ਵੱਡੀ ਲੱਤ ਦੇ ਉੱਤੇ ਜਿਹੜੀ ਹੈ ਪੱਟੀ ਲਾ ਕੇ ਮਲਮ ਕਰਕੇ ਮੈਂ ਉਹਨੂੰ ਹਸਪਤਾਲ ਲੈ ਗਿਆ, ਹਸਪਤਾਲ ਲੈ ਕੇ ਉਹਨੂੰ ਮੈਂ ਬਚਾਇਆ, ਠੀਕ ਹੈ। ਮੈਨੂੰ ਇੱਦਾਂ ਲੱਗਦਾ ਜਾ ਕੇ ਵੀ ਉਹ ਅਣਖ ਜਿਹੜੀ ਆ, ਉਹ ਅਣਖ ਪੈਦਾ ਕਰੋ ਗੁੱਡਨੈਸ ਦੇ ਲਈ। ਕਿਸੇ ਦੀ ਲੱਤ ਵੱਢਣ ਦੇ ਵਿੱਚ ਕੋਈ ਅਣਖ ਵਾਲੀ ਗੱਲ ਨਹੀਂ ਹੈ ਜਾ ਕੇ। ਇਹ ਮੈਨੂੰ ਲੱਗਦਾ ਵੀ ਇਨਸਾਨ ਜਿਹੜਾ ਹੈ ਹੌਲੀ ਹੌਲੀ ਬਿਹਤਰੀ ਵੱਲ ਨੂੰ ਜਾ ਰਿਹਾ, ਚਲੇ ਜਾਣਾ ਉਹਨੂੰ। ਦੁਸ਼ਮਣੀ ਨੂੰ ਖਤਮ ਕਰਨ ਲਈ ਕਾਨੂੰਨ ਕਿੰਨਾ ਕਾਮਯਾਬ ਰਿਹਾ? ਕਾਨੂੰਨ ਇੱਥੇ ਤੱਕ ਕਾਮਯਾਬ ਹੈਗਾ ਜਾ ਕੇ ਵੀ ਉਹ ਉਹਨਾਂ ਨੂੰ ਉਸ ਐਕਸਟ੍ਰੀਮ ਤੱਕ ਲਿਜਾਣ ਤੋਂ ਰੋਕਦਾ ਜਾ ਕੇ। ਕਾਨੂੰਨ ਜਿਹੜਾ ਹੈਗਾ ਉਹਨੂੰ ਰੋਕਣ ਦੇ ਵਿੱਚ ਸਹਾਈ ਹੁੰਦਾ ਉਹ ਜਾ ਕੇ, ਕਿਉਂਕਿ ਉਹ ਡਰ ਦਿੰਦਾ। ਡਰ ਦੇ ਨਾਲ ਜਿਹੜੇ ਹੈਗੇ ਆ ਦੁਸ਼ਮਣੀ ਦਾ ਭਿਆਨਕ ਰੂਪ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਬਚ ਜਾਂਦਾ ਜਾ ਕੇ, ਕਿ ਉਹ ਫੀਅਰ ਜਿਹੜਾ ਹੈ, ਫੀਅਰ ਤੁਹਾਨੂੰ ਮਾੜੇ ਕੰਮ ਤੋਂ ਰੋਕਦਾ ਵੀ ਆ, ਪਰ ਉਹ ਕੋਈ ਇਨਸਾਨ ਵਧੀਆ ਨਹੀਂ ਬਣਾਉਂਦਾ ਹੈ ਜੇ ਤੁਸੀਂ ਕਹੋ, ਪਰ ਉਹ ਤੁਹਾਨੂੰ ਡਰ ਦੇ ਕੇ ਰੋਕ ਲੈਂਦਾ ਜਾ ਕੇ। ਜਿੱਦਾਂ ਬਹੁਤੇ ਮਾੜੇ ਕੰਮ ਅਸੀਂ ਇਸ ਕਰਕੇ ਨਹੀਂ ਕਰਦੇ, ਡਰ ਆ ਸਾਨੂੰ ਕਿਸੇ ਚੀਜ਼ ਦਾ, ਚਾਹੇ ਕਾਨੂੰਨ ਦਾ ਡਰ ਆ, ਚਾਹੇ ਕਈ ਵਾਰ ਮਾਂ ਬਾਪ ਦਾ ਡਰ ਹੁੰਦਾ, ਕਈ ਵਾਰ ਸੁਸਾਇਟੀ ਦਾ ਡਰ ਹੁੰਦਾ, ਲੋਕ ਕੀ ਕਹਿਣਗੇ ਇਹ ਵੀ ਡਰ ਹੁੰਦਾ ਜਾ ਕੇ। ਕਈ ਕਿਸਮ ਦੇ ਡਰ ਆ ਜਿਹੜੇ ਸਾਨੂੰ ਰੋਕਦੇ ਆ ਵੀ ਇਹ ਨਾ ਕਰੋ, ਜਿਹੜੇ ਗੈਰ ਸਮਾਜਿਕ ਕੰਮ ਹੈਗੇ ਆ। ਸੋ ਕਾਨੂੰਨ ਦਾ ਆਪਣਾ ਰੋਲ ਹੈ, ਕਾਨੂੰਨ ਵੀ ਗੁੱਡ ਕੰਮ ਕਰ ਰਿਹਾ, ਜੇ ਮਾੜਾ ਕਾਨੂੰਨ ਹੁੰਦਾ ਬਦਲ ਜਾਂਦਾ ਜਾ ਕੇ। ਪਰ ਇਹ ਮੈਨੂੰ ਇੱਦਾਂ ਲੱਗਦਾ ਕਈ ਵਾਰ ਵੀ ਧਰਮ ਨੇ ਕਾਫੀ ਇਹਦੇ ਉੱਤੇ ਪ੍ਰਚਾਰ ਕੀਤਾ ਇਸ ਗੱਲ ਦੇ ਉੱਤੇ ਜਾ ਕੇ ਵੀ ਵੈਰ ਵਿਰੋਧ ਨਾ ਕਰੋ, ਪਰ ਪ੍ਰੈਕਟੀਕਲੀ ਜੇ ਧਰਮ ਦਾ ਆਪਣਾ ਝਗੜਾ ਆ ਜਾਂਦਾ ਦੂਜੇ ਧਰਮ ਦੇ ਨਾਲ, ਉਹ ਫਿਰ ਵੈਰ ਵਿਰੋਧ ਕਰਦੇ ਆ ਜਾ ਕੇ। ਇੱਦਾਂ ਹੀ ਜਾ ਕੇ ਮੁਲਕ ਕਰਦੇ ਆ, ਇੱਦਾਂ ਹੀ ਦੁਸ਼ਮਣੀਆਂ ਪੈਦਾ ਕਰਦੇ ਆ, ਇੱਦਾਂ ਹੀ ਪਰਿਵਾਰਾਂ ਦੇ ਝਗੜੇ ਹੌਲੀ ਨਾ ਨਜਿੱਠੇ ਜਾਣ ਤਾਂ ਉਹ ਦੁਸ਼ਮਣੀ ਦੇ ਵਿੱਚ ਬਦਲ ਜਾਂਦੇ ਹੈਗੇ ਆ। ਸੋ ਇਹਦੇ ਲਈ ਮੋਟੇ ਤੌਰ 'ਤੇ ਥਿੰਦ ਸਾਹਿਬ ਗੱਲ ਇਹ ਆ ਵੀ ਥੋੜ੍ਹਾ ਜਿਹਾ ਆਪਣੇ ਵੱਲ ਇੱਕ ਝਾਤ, ਜਿਹੜੀ ਆਪਾਂ ਕਈ ਵਾਰ ਗੱਲ ਕੀਤੀ ਆ ਵੀ ਬਹੁਤ ਔਖਾ ਕੰਮ ਆ ਜੇ ਦੁਸ਼ਮਣ ਦਾ ਤੁਹਾਨੂੰ ਕਹੇ ਵੀ ਇਹਦਾ ਮੈਨੂੰ ਕੋਈ ਪਲੱਸ ਪੁਆਇੰਟ ਦੱਸ ਤਾਂ ਬਹੁਤ ਔਖਾ ਕੰਮ ਹੈ, ਠੀਕ ਹੈ। ਪਰ ਜਿਹਨੂੰ ਇਹ ਕਰਨਾ ਆ ਜਾਵੇ, ਉਹਨੂੰ ਦੁਸ਼ਮਣ ਦੇ ਵਿੱਚ ਕੋਈ ਚੰਗਿਆਈ ਦਿਸਣ ਲੱਗ ਪਵੇ, ਉਹ ਤਾਂ ਗਿਆ ਕੰਮ, ਉਹ ਤਾਂ ਫਿਰ ਬੰਦਾ ਠੀਕ ਹੋ ਗਿਆ। ਕਿਉਂਕਿ ਚੰਗਿਆਈ ਜਾਂ ਬੁਰਾਈ ਤਾਂ ਆਪਾਂ ਸਾਰਿਆਂ 'ਚ ਹੋਣੀ ਹੈ। ਜੇ ਇਹ ਕਹਿ ਦਈਏ ਵੀ ਦੁਸ਼ਮਣ ਜਿਹੜਾ ਤੁਹਾਡਾ ਉਹਦੇ ਵਿੱਚ ਕੋਈ ਚੰਗਿਆਈ ਹੈ ਨਹੀਂ, ਇੱਦਾਂ ਤਾਂ ਹੋਣੀ ਨਹੀਂ ਹੈ, ਕੁਛ ਨਾ ਕੁਛ ਤਾਂ ਹੋਣਾ ਹੈ, ਠੀਕ ਹੈ। ਫਿਰ ਵੈਸੇ ਇਹ ਕੀ ਕਾਰਨ ਆ ਵੀ ਕੁਛ ਬੰਦੇ ਆ ਜਿਹੜੇ ਉਹਨਾਂ ਦੇ ਬਹੁਤ ਘੱਟ ਦੁਸ਼ਮਣ ਹੁੰਦੇ ਆ, ਐਵੇਂ ਇੱਕ ਦੋ ਦੁਸ਼ਮਣੀਆਂ ਹੋਣਗੀਆਂ। ਕੁਛ ਲੋਕ ਨੇ ਜਿਨ੍ਹਾਂ ਦੇ ਬਹੁਤ ਦੁਸ਼ਮਣ ਹੁੰਦੇ ਆ। ਇਹਦੇ ਪਿੱਛੇ ਜਿਹੜਾ ਵਿਅਕਤੀ ਆ ਜਿਹਦੇ ਬਹੁਤ ਦੁਸ਼ਮਣ ਨੇ, ਉਹਦੇ ਵਿੱਚ ਕੋਈ ਕਿਤੇ ਡੈਫੀਸ਼ੀਐਂਸੀ ਆ ਜਾਂ ਕਿ ਉਹ ਗਲਤ ਸੁਸਾਇਟੀ 'ਚ ਰਹਿ ਰਿਹਾ? ਮੈਂ ਥਿੰਦ ਸਾਹਿਬ ਇੱਦਾਂ ਸਮਝਦਾ, ਇੱਕ ਵਾਰ ਉਹ ਰਸਲ ਨੇ ਲਿਖਿਆ, ਉਹ ਕਹਿੰਦਾ ਵੀ ਜੇ ਪੋਜੀਸ਼ਨ ਇਹ ਆ ਜਾਂਦੀ ਹੈ ਵੀ ਤੁਸੀਂ ਕਹਿੰਦੇ ਵੀ ਸਾਰੇ ਬੰਦੇ ਮੈਨੂੰ ਬਹੁਤ ਮਾੜਾ ਸਮਝਦੇ ਆ ਨਾ, ਫਿਰ ਆਪਣੇ ਆਪ 'ਤੇ ਵਿਚਾਰ ਕਰੋ ਕੁਛ, ਫਿਰ ਤੁਹਾਡੇ 'ਚ ਕੋਈ ਪ੍ਰੋਬਲਮ ਹੈ। ਜੇ ਤੁਸੀਂ ਸਾਰੇ ਤੁਹਾਡੇ ਦੁਸ਼ਮਣ ਹੋਈ ਜਾਂਦੇ ਆ, ਉਹਦੇ ਵਿੱਚ ਇਹ ਈਗੋ ਬਹੁਤ ਬੜਾ ਪਾਰਟ ਅਦਾ ਕਰਦੀ ਹੈ ਜਾ ਕੇ ਜੀ, ਜਿਹੜੀ ਉਹਦੇ 'ਚ ਹਉਮੈ ਆ ਬੰਦੇ ਦੇ ਵਿੱਚ, ਜਿਹੜੀ ਆਪਣੇ ਵੀ ਮੈਂ ਕਿੱਦਾਂ ਗਲਤ ਹੋ ਸਕਦਾ, ਮੈਂ ਨਹੀਂ ਗਲਤ ਹੋ ਸਕਦਾ ਜਾ ਕੇ। ਉਸ ਬੰਦੇ ਨੂੰ ਜ਼ਿਆਦਾ ਦੁਸ਼ਮਣ ਮੇਰੇ ਖਿਆਲ 'ਚ ਦੁਸ਼ਮਣੀ ਜ਼ਿਆਦਾ ਕਰਦਾ ਜਿਹੜਾ ਹੀ ਬੰਦੇ ਦਾ ਇੱਥੇ ਆ ਜਾਂਦਾ। ਹੁਣ ਕਈ ਬੰਦੇ ਥਿੰਦ ਸਾਹਿਬ ਤੁਸੀਂ ਦੇਖੋ, ਮੇਰੇ ਵੀ ਵਾਕਫ ਕਈ ਬੰਦੇ ਹੈਗੇ ਆ, ਉਹ ਦੇ ਆਰ ਵੈਰੀ ਪਲੀਜ਼ਿੰਗ, ਜਦ ਤੁਸੀਂ ਗੱਲ ਕਰੋ ਨਾ ਦੇ ਆਰ ਵੈਰੀ ਪਲੀਜ਼ਿੰਗ। ਕਈ ਬੰਦੇ ਹੈਗੇ ਜਦ ਤੁਸੀਂ ਗੱਲ ਕਰੋ ਉਹਨੂੰ ਪੁੱਠੀ ਕਰਨੀ ਹੈ, ਮੋਹਰਿਓਂ ਗੱਲ ਕਰਨੀ ਹੈ ਜਾ ਕੇ, ਠੀਕ ਹੈ ਨਾ। ਸੋ ਉਹ ਮੈਂ ਸਮਝਦਾ ਅਵੋਇਡ ਕਰੋ ਉਹਨੂੰ। ਜੇ ਤੁਸੀਂ ਸਮਝਦੇ ਆ ਥਿੰਦ ਸਾਹਿਬ, ਮੈਂ ਇਹ ਸਮਝਦਾ ਵੀ ਜੇ ਤੁਹਾਡਾ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਪਿੱਛੇ ਹਟ ਜਾਓ। ਪਰ ਸਾਹਿਬ ਇੱਕ ਗੱਲ ਜਿਹੜੀ ਸੀ, ਇੱਕ ਆਪਾਂ ਟੱਚ ਕਰ ਰਹੇ ਭੁੱਲ ਗਏ, ਬਹੁਤ ਜ਼ਰੂਰੀ ਹਿੱਸਾ ਦੁਸ਼ਮਣੀ ਦਾ ਇਹ ਆ, ਕਈ ਲੋਕ ਇਹ ਕਾਮਨਾ ਕਰਦੇ ਆ ਕਿ ਦੁਸ਼ਮਣ ਹੋਵੇ ਪਰ ਦਾਨਾ ਹੋਵੇ। ਦਾਨਾ ਦੁਸ਼ਮਣੀ ਹੈ ਜਿਹੜੀ, ਇਸ ਨੂੰ ਤੁਸੀਂ ਕਿਸ ਕੈਟਾਗਰੀ 'ਚ ਰੱਖਦੇ ਹੋ ਫਿਰ? ਦੇਖੋ ਥਿੰਦ ਸਾਹਿਬ, ਦਾਨਾ ਦੁਸ਼ਮਣ ਦਾ ਤਾਂ ਮਤਲਬ ਮੇਰਾ ਖਿਆਲ ਇਹੀ ਆ ਵੀ ਤੁਸੀਂ ਦੁਸ਼ਮਣੀ ਨੂੰ ਉਸ ਲੈਵਲ, ਜਿੱਦਾਂ ਦੇਖੋ ਯੂ ਹੈਵ ਅ ਰਾਈਟ ਟੂ ਡਿਸਲਾਈਕ ਏ ਪਰਸਨ, ਤੁਹਾਨੂੰ ਰਾਈਟ ਹੈ ਡਿਸਲਾਈਕ ਕਰ ਸਕਦੇ ਤੁਸੀਂ ਪਰਸਨ, ਪਰ ਉਹਨੂੰ ਨੁਕਸਾਨ ਪਹੁੰਚਾਉਣ ਦੀ ਗਾਹਾਂ ਜਿਹੜੀ ਗੱਲ ਹੈਗੀ ਆ, ਉਹ ਦੁਸ਼ਮਣੀ ਦੇ ਦਾਇਰੇ ਵਿੱਚ ਆਪਾਂ ਲੈ ਆਉਂਦੇ। ਆਪਾਂ ਸਾਰਿਆਂ ਬੰਦਿਆਂ ਨੂੰ ਇੱਕੋ ਜਿਹਾ ਤਾਂ ਸਮਝਦੇ ਨਹੀਂ ਹੈ ਜੀ। ਹੁਣ ਉਹ ਜਿਹੜੀ ਤੁਸੀਂ
ਜਿਸ ਵੇਲੇ ਤੁਹਾਡੇ ਅੰਦਰੋਂ ਗੱਲ ਨਿਕਲਣੀ ਆ ਉਹਨ ਦੁਸ਼ਮਣੀ ਪੈਦਾ ਤੁਸੀਂ ਦਿਮਾਗ ਦੇ ਵਿੱਚ ਕੀ ਸੋਚਦੇ ਆ ਉਹਨ ਦੁਸ਼ਮਣੀ ਪੈਦਾ ਨਹੀਂ ਕਰਨੀ ਹੈ। ਜਦੋਂ ਉਹ ਚੀਜ਼ ਤੁਹਾਡੇ ਬਾਹਰ ਆ ਗਈ ਜਾ ਕੇ ਤੁਹਾਡੇ ਐਕਸ਼ਨ 'ਚ ਆ ਗਈ ਜਾਂ ਤੁਹਾਡੇ ਮੂੰਹ ਦੇ ਵਿੱਚ ਆ ਗਈ ਜਾ ਕੇ ਜ਼ੁਬਾਨ 'ਚ ਆ ਗਈ ਫਿਰ ਦੁਸ਼ਮਣੀ ਬਣਨੀ ਹੈ। ਠੀਕ ਹੈ ਨਾ ਜਾ ਕੇ ਬਾਕੀ ਜਿਹੜੀ ਹੈਗੀ ਆ ਦਾਨਾ ਦੁਸ਼ਮਣ ਜਿਹੜੀ ਸੁਣੀ ਟਰਮ ਤੁਸੀਂ? ਟਰਮ ਬਹੁਤ ਵਾਰ ਸੁਣੀ ਹੈ, ਮੈਂ ਬਹੁਤ ਵਾਰ ਸੁਣੀ ਹੈ ਵੀ ਦਾਨਾ ਦਾਨਾ ਹੋਵੇ। ਦਾਨਾ ਹੁੰਦਾ ਦਾਨਿਸ਼ਮੰਦ। ਹਾਂ ਦੁਸ਼ਮਣੀ ਤਾਂ ਰੱਖੇ ਹਾਂ ਪਰ ਬੇਵਕੂਫ ਤੇ ਮੂਰਖ ਦੁਸ਼ਮਣ ਨਾ ਹੋਵੇ, ਮੂਰਖ ਦਾਨਿਸ਼ਮੰਦ ਹੋਵੇ। ਉਹਦਾ ਉਹਨਾਂ ਦਾ ਮਤਲਬ ਇਹ ਆ ਵੀ ਜਿਸ ਵੇਲੇ ਤੁਸੀਂ ਫਿਰ ਬੇਵਕੂਫੀ ਇਹੋ ਜਿਹੀ ਕਰਦੇ ਆ ਵੀ ਉਹ ਦੁਸ਼ਮਣ ਨੂੰ ਨੁਕਸਾਨ ਪਹੁੰਚਾਉਣ ਦੀ ਤਾਂ ਇੱਕ ਪਾਸੇ ਆ, ਤੁਸੀਂ ਆਪਣੇ ਆਪ ਦਾ ਨੁਕਸਾਨ ਕਰ ਲੈਂਦੇ ਜਾ ਕੇ। ਤੁਸੀਂ ਦੇਖੋ ਆਪਾਂ ਕਈ ਵਾਰ ਇਹ ਗੱਲ ਕੀਤੀ ਆ, ਤੁਸੀਂ ਇਹ ਨਹੀਂ ਕਰ ਸਕਦੇ ਹੈ ਵੀ ਮੈਂ ਇਹਦਾ ਨੁਕਸਾਨ ਕਰਾਂ ਤਾਂ ਮੇਰਾ ਨੁਕਸਾਨ ਕੋਈ ਨਾ ਹੋਵੇ ਜਾ ਕੇ। ਇੱਦਾਂ ਨਹੀਂ ਹੋਣੀ ਹੈ ਜਾ ਕੇ। ਤੁਸੀਂ ਵਨ ਵੇ ਟ੍ਰੈਫਿਕ ਨਹੀਂ ਚੱਲਣਾ ਹੈ, ਜਿਹੜੀ ਦੁਸ਼ਮਣੀ ਆ ਵਨ ਵੇ ਟ੍ਰੈਫਿਕ ਨਹੀਂ ਹੈ ਜਾ ਕੇ ਵੀ ਤੁਸੀਂ ਨੁਕਸਾਨ ਕਰਨਾ ਕਿ ਹੁਣ ਤੁਹਾਡਾ ਨੁਕਸਾਨ ਨਹੀਂ ਕਰਨਾ। ਇਹਦੇ 'ਤੇ ਸੋਚੋ ਤੁਸੀਂ, ਇਹ ਨਾ ਹੋਵੇ ਵੀ ਦੁਸ਼ਮਣੀ ਕਰਦੇ ਕਰਦੇ ਤੁਸੀਂ ਆਪਣੇ ਨੁਕਸਾਨ ਕਰ ਬੈਠੋ ਜੀ ਕਿ ਨਾ। ਸੋ ਇਹਦੇ ਨਾਲੋਂ ਬੈਠ ਰਿਹਾ ਵੀ ਨਾ ਕਰੋ ਜਾ ਕੇ। ਡਿਸਲਾਈਕ ਕਰਦੇ ਆ ਕਰੋ, ਕੋਈ ਉਹ 'ਚ ਕੋਈ ਗੱਲ ਨਹੀਂ ਹੈ ਜਾ ਕੇ। ਪਰ ਕੋਈ ਇਹੋ ਜਿਹੀ ਗੱਲ ਮੂੰਹ 'ਚੋਂ ਨਾ ਨਿਕਲੇ, ਕੋਈ ਐਕਸ਼ਨ 'ਚ ਨਾ ਨਿਕਲੇ ਜਿਹੜੀ ਉਹਦੇ ਵਿੱਚ ਦਾਨਾ ਦੁਸ਼ਮਣ ਦਾ ਮਤਲਬ ਇਹੀ ਆ ਵੀ ਤੁਸੀਂ ਦੁਸ਼ਮਣੀ ਆਪਣੇ ਕੋਲ ਰੱਖਦੇ ਆ। ਕੋਈ ਇਹੋ ਜਿਹਾ ਐਕਸ਼ਨ ਨਹੀਂ ਕਰਦੇ ਹੈ ਜਿਹਦੇ ਨਾਲ ਗਾਹਾਂ ਹੋਰ ਗਾਹਾਂ ਆ ਉਹਦਾ ਨੁਕਸਾਨ ਹੁੰਦਾ ਜਾਂ ਤੁਹਾਡਾ ਨੁਕਸਾਨ ਹੁੰਦਾ। ਦਾਨਾ ਦੁਸ਼ਮਣ ਮੇਰਾ ਖਿਆਲ ਡਿਸਲਾਈਕ ਦਾ ਲਫ਼ਜ਼ ਹੈ, ਉਹਦਾ ਵੀ ਡਿਸਲਾਈਕ ਕਰਦੇ। ਮੈਂ ਤਾਂ ਇਹ ਸਮਝਦਾ ਰਿਹਾ ਵੀ ਦਾਨਾ ਦੁਸ਼ਮਣੀ ਇਹ ਆ ਵੀ ਦੁਸ਼ਮਣੀ ਰੱਖੋ, ਦੁਸ਼ਮਣੀ ਹੈਗੀ ਆ ਪਰ ਅਪਸ਼ਬਦ ਨਹੀਂ ਬੋਲਣੇ, ਗਾਲਾਂ ਨਹੀਂ ਕੱਢਣੀਆਂ ਵਧਾਉਣੇ ਜਾਂ ਕੋਈ ਬਦਤਮੀਜ਼ੀ ਵਾਲੀ ਗੱਲ ਨਹੀਂ ਕਰਨੀ। ਦੁਸ਼ਮਣ ਨੂੰ ਵੀ ਜੇ ਐਡਰੈਸ ਕਰਨਾ ਤਾਂ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਰਿਸਪੈਕਟ ਮੇਨਟੇਨ ਕਰਨੀ ਆ ਵਿਅਕਤੀ ਦੇ ਤੌਰ 'ਤੇ, ਪਰ ਦੁਸ਼ਮਣੀ ਵੀ ਰੱਖਣੀ। ਮੈਨੂੰ ਲੱਗਦਾ ਜਿਹੜੀ ਡਿਸਲਾਈਕ ਹੈ ਜਿਸ ਵੇਲੇ ਵੱਧਦੀ ਜਾਂਦੀ ਹੈ ਫਿਰ ਦੁਸ਼ਮਣੀ ਦਾ ਰੂਪ ਧਾਰਨ ਕਰਦੀ ਹੈ ਜਾ ਕੇ। ਜਦੋਂ ਡਿਸਲਾਈਕ ਤੁਸੀਂ ਕਰਦੇ, ਡਿਸਲਾਈਕ ਤਾਂ ਹੋ ਜਾਂਦਾ, ਉਹ ਤਾਂ ਡਿਸਲਾਈਕ ਤਾਂ ਆਦਮੀ ਸਾਰਿਆਂ ਨੂੰ ਤਾਂ ਲਾਈਕ ਕਰ ਨਹੀਂ ਸਕਦਾ ਜੇ ਡਿਸਲਾਈਕ ਕਰਦੇ ਆ। ਸੰਦ ਨਾ ਕਰਨਾ ਹੋਰ ਕਈ ਗੱਲਾਂ ਨੂੰ ਹੋਰ ਕਰਦੇ ਜਾ ਕੇ। ਸੋ ਦੁਸ਼ਮਣੀ ਜਿਹੜੀ ਹੈਗੀ ਆ ਇੱਕ ਸਾਹਿਬ ਦੇਖੋ, ਮੈਂ ਤਾਂ ਇਹ ਖਾਸ ਇਸ ਗੱਲ ਦੇ ਹੱਕ ਆ ਵੀ ਜਿਹੜੀ ਉਹ ਚੀਜ਼ ਆ, ਜੇ ਤੁਸੀਂ ਚੰਗੇ ਰਿਲੇਸ਼ਨ ਨਹੀਂ ਨਿਭਾ ਸਕਦੇ ਪਿੱਛੇ ਹਟ ਜਾਓ, ਪਿੱਛੇ ਹਟ ਜਾਓ ਜਾ ਕੇ। ਇਹ ਨੁਕਸਾਨ ਪਹੁੰਚਾਉਣ ਦਾ ਨਾ ਸੋਚੋ ਜਾ। ਪਿੱਛੇ ਹਟਣਾ ਵੀ ਦੁਸ਼ਮਣੀ ਦੀ ਇੱਕ ਫਾਰਮ ਹੀ ਆ। ਇਹ ਵੀ ਦੁਸ਼ਮਣੀ ਨੂੰ ਹੱਲ ਕਰਨ ਦੀ ਇੱਕ ਫਾਰਮ ਹੈ, ਦੁਸ਼ਮਣੀ ਨੂੰ ਘਟਾਉਣ ਦੀ ਇੱਕ ਫਾਰਮ ਹੈ ਜਾ ਕੇ। ਦੁਸ਼ਮਣੀ ਜਿਹੜੀ ਹੈਗੀ ਵੀ ਜਾਂ ਤੁਸੀਂ ਕਈ ਵਾਰ ਕਹਿੰਦੇ ਹੁੰਦੇ ਆ ਵੀ ਬੋਲ ਚਾਲ ਬੰਦ ਕਰ ਦਿਓ। ਜ਼ਿਆਦਾਤਰ ਅੱਜ ਕੱਲ੍ਹ ਮੇਰੇ ਖਿਆਲ ਇਹੀ ਫਾਰਮੂਲਾ ਚੱਲ ਰਿਹਾ। ਹਾਂ ਜ਼ਿਆਦਾਤਰ ਤਾਂ ਹੁਣ ਲਾ ਅਬਾਈਡਿੰਗ ਸੋਸਾਇਟੀ 'ਚ ਤੁਸੀਂ ਰਹਿੰਦੇ ਹੋ। ਹਾਂ ਲਾ ਅਬਾਈਡਿੰਗ। ਇਹ ਤਾਂ ਹੈ ਨਹੀਂ ਗਾ ਕਿ ਤੁਸੀਂ ਘੁੱਟ ਦਾਰੂ ਪੀ ਕੇ ਤਖਤਿਆਂ 'ਚ ਗੰਡਾਸੇ ਮਾਰਤੇ ਨਹੀਂ, ਉਹ ਨਹੀਂ ਉਹ ਠੀਕ ਹੈ। ਤੁਸੀਂ ਡਿਸਲਾਈਕ ਕਰਦੇ ਆ ਕਿਸੇ ਨੂੰ, ਕਰਦੇ ਆ ਕਿਸੇ ਦੇ ਵਿਚਾਰਾਂ ਨੂੰ, ਕਰਦੇ ਆ ਜਾਂ ਕਿਸੇ ਉੱਦਾਂ ਜਿਹੜੀ ਫਿਲੋਸਫੀਕਲੀ ਨਾ ਜੀ ਸੋਚਦੇ ਆ ਉਹ ਇਹ ਕਹਿੰਦੇ ਆ ਵੀ ਤੁਹਾਡਾ ਹੂ ਇਜ਼ ਯੂਅਰ ਐਨੀਮੀ। ਉਹ ਕਹਿੰਦੇ ਆ ਵੀ ਬੰਦੇ ਨੂੰ ਤਾਂ ਦੁਸ਼ਮਣ ਬਣਾਉਣਾ ਹੀ ਗਲਤ ਆ। ਜਿਹੜੇ ਫਿਲੋਸਫੀ ਉਹ ਕਹਿੰਦੇ ਦੁਸ਼ਮਣੀ ਬਣਾਓ ਤੁਸੀਂ ਉਹਨਾਂ ਭਾਵਾਂ ਨੂੰ ਜਿਹੜੇ ਭਾਵ ਤੁਹਾਨੂੰ ਗਲਤ ਰਾਹ 'ਤੇ ਲਿਜਾਂਦੇ ਆ। ਜਿੱਦਾਂ ਕਹਿੰਦੇ ਦੁਸ਼ਮਣੀ ਕਰੋ ਨਫ਼ਰਤ ਦੇ ਨਾਲ, ਦੁਸ਼ਮਣੀ ਕਰੋ ਤੁਸੀਂ ਜਾ ਕੇ ਕਰੂਐਲਿਟੀ ਦਾ ਆਈਡੀਓਲੋਜੀ ਦੀ ਗੱਲ ਹੈ ਸਾਹਿਬ। ਉਹ ਦੁਸ਼ਮਣੀ ਜਿਹੜੀ ਆ ਵਿਅਕਤੀ ਨਾਲ ਦੁਸ਼ਮਣੀ, ਉਹ ਬੰਦੇ ਜਿਹੜੇ ਥੋੜ੍ਹਾ ਜਿਹਾ ਉੱਪਰ ਚੱਲ ਜਾਂਦੇ ਨਾ, ਆਪਣੇ ਫਿਲੋਸਫੀ ਚਲੇ ਗਏ ਜਾਂ ਕਹਿ ਲਓ ਐਜ਼ ਏ ਪਰਸਨ ਬਹੁਤ ਉੱਪਰ ਚਲੇ, ਉਹ ਕਹਿੰਦੇ ਬੰਦੇ ਨਾਲ ਦੁਸ਼ਮਣੀ ਨਾ ਕਰੋ ਜਾ ਕੇ। ਬੰਦੇ ਨਾਲ ਤਾਂ ਵਿਚਾਰਾਂ ਨਾਲ ਕਰੋ ਜਿਹੜੇ ਵਿਚਾਰ ਮਾੜੇ ਆ ਜਾ ਕੇ। ਦੁਸ਼ਮਣੀ ਕਰੋ ਆਪਣੇ ਸੈਲਫ ਦੇ ਨਾਲ ਵੀ ਕਰੋ, ਜਿਹੜੇ ਤੁਹਾਡੇ ਸੈਲਫ ਦੇ ਵਿੱਚ ਮਾੜੀ ਭਾਵਨਾਵਾਂ ਪੈਦਾ ਹੁੰਦੀ ਆ ਉਹਨਾਂ ਨੂੰ ਐਜ਼ ਏ ਦੁਸ਼ਮਣ ਕੱਢ ਦਿਓ ਜਾ ਕੇ, ਖ਼ਤਮ ਕਰ ਦਿਓ ਜਾ ਕੇ। ਜਿਹੜੇ ਜੇ ਖ਼ਤਮ ਕਰਨਾ ਤਾਂ ਉਹਦੀਆਂ ਮਾੜੀਆਂ ਗੱਲਾਂ ਨੂੰ ਖ਼ਤਮ ਕਰੋ, ਬੰਦਿਆਂ ਨੂੰ ਖ਼ਤਮ ਕਰਨ ਦਾ ਨਾ ਸੋਚੋ ਜਾ ਕੇ। ਮਤਲਬ ਜਿਹੜੇ ਬੰਦੇ ਉੱਪਰ ਜਾਂਦੇ ਆ ਜਾ ਉਹ ਇੱਦਾਂ ਸੋਚਦੇ ਹੈਗੇ ਜਾ ਕੇ ਵੀ ਮਾੜੀਆਂ ਵਿਚਾਰਾਂ ਨੂੰ ਖ਼ਤਮ ਕਰਨਾ, ਉਹ ਦੁਸ਼ਮਣੀ ਪੈਦਾ ਕਰ ਲਓ ਤਾਂ ਕੋਈ ਮਾੜੀ ਗੱਲ ਨਹੀਂ ਹੈ। ਬੰਦਿਆਂ ਨਾਲ ਦੁਸ਼ਮਣੀ ਠੀਕ ਨਹੀਂ, ਇਨਸਾਨਾਂ ਨਾਲ ਦੁਸ਼ਮਣੀ ਠੀਕ ਨਹੀਂ। ਉਹਨਾਂ ਦੇ ਤਾਂ ਹੋਰ ਰਾਹ ਬਹੁਤ ਹੈ ਹੈਗੇ ਆ ਜੇ ਤੁਸੀਂ ਨਹੀਂ ਹੈਗੇ ਆ। ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਆ ਵੀ ਬੋਲ ਚਾਲ ਬੰਦ ਕਰ ਦਿਓ, ਪਿੱਛੇ ਹਟ ਜਾਓ ਜਾ ਕੇ ਜਾਓ। ਠੀਕ ਹੈ, ਇਹ ਦਾਨਾ ਦੁਸ਼ਮਣੀ ਹੈ। ਇਹ ਹਾਂ ਕਹਿ ਸਕਦੇ, ਇਹ ਦਾਨਾ ਦੁਸ਼ਮਣੀ ਕਹਿ ਸਕਦੇ ਹਾਂ। ਦੁਸ਼ਮਣੀ ਇਹ ਹੈਗੀ ਆ ਮਨ 'ਚ ਤੁਸੀਂ ਰੱਖਦੇ ਆ, ਪਰ ਤੁਸੀਂ ਝਗੜੇ 'ਚ ਨਹੀਂ ਪੈਣਾ ਚਾਹੀਦਾ, ਹੈਡ ਔਨ ਕਲੈਸ਼ ਨਹੀਂ ਕਰਦੇ ਹੈ। ਤੁਸੀਂ ਕਹਿੰਦੇ ਆ ਵੀ ਹੋਰ ਰਸਤੇ ਹੈਗੇ ਉਹਦੇ ਵਿੱਚ ਜਾ ਕੇ। ਅਤੇ ਪਰ ਉਹ ਜਿਹੜੀ ਹੈਗੀ ਹੈ, ਜੇ ਤੁਸੀਂ ਕਹੋ ਵੀ ਇਨਸਾਨ ਦੇ ਅੰਦਰ ਇਹ ਭਾਵਨਾਵਾਂ ਨੂੰ ਘਟਾਇਆ ਜਾ ਸਕਦਾ, ਨਫ਼ਰਤ ਵਗੈਰਾ ਨੂੰ, ਐਂਗਰ ਨੂੰ, ਗੁੱਸੇ ਨੂੰ, ਜਿਹੜੇ ਹੈਗੇ ਆ ਟੋਟਲ ਨਹੀਂ ਤੁਸੀਂ ਇਹਨੂੰ ਕੱਢ ਸਕਦੇ ਜਾ ਕੇ। ਇਹ ਦੁਸ਼ਮਣੀ ਦਾ ਚਾਹੇ ਇਹ ਦੁਸ਼ਮਣੀ ਨਾ ਜੋ ਨਿਕਲਦੀ ਆ ਉਹਦਾ ਤੁਸੀਂ
ਉਹਨੂੰ ਨਰਮ ਕਰਦੇ ਹਾਂ, ਡਾਇਲਿਊਟ ਕਰ ਸਕਦੇ ਹਾਂ ਜਾ ਕੇ ਪਰ ਉਹ ਦੇਖੋ ਡਿਸਲਾਈਕ ਦੁਸ਼ਮਣੀ ਇਹ ਸਾਰੇ ਇੱਕੋ ਹੀ ਫੈਮਿਲੀ ਦੇ ਵਿੱਚ ਹੁੰਦੇ ਆ ਜਾ ਕੇ। ਸੋ ਇਸ ਕਰਕੇ ਕਿਉਂਕਿ ਸਾਰੇ ਵਾਈਡ ਸਪਰੈਡ ਆ, ਸੋ ਮੈਂ ਇਹ ਕਹਿੰਦਾ ਵੀ ਇਹਨੂੰ ਘਟਾਇਆ ਹੀ ਜਾ ਸਕਦਾ। ਔਰ ਜਿਹੜੀਆਂ ਕਿਉਂਕਿ ਜੇ ਤੁਸੀਂ ਸਕੂਨ ਨਾਲ ਰਹਿਣਾ, ਮੈਜੋਰਿਟੀ ਆਫ ਪੀਪਲ ਜਿਹੜੇ ਹੈਗੇ ਆ ਹਰ ਵੇਲੇ ਦਿਮਾਗ 'ਚ ਦੁਸ਼ਮਣੀ 'ਚ ਰੱਖ ਕੇ ਸਕੂਨ ਨਾਲ ਨਹੀਂ ਜੀ ਸਕਦੇ ਜਾ ਕੇ। ਮੈਜੋਰਿਟੀ ਆਫ ਪੀਪਲ, ਕੁਛ ਬੰਦੇ ਹੋਊਗੇ ਜਿਨ੍ਹਾਂ ਦੀ ਨੇਚਰ ਇੱਦਾਂ ਆ ਵੀ ਜਾ ਕੇ ਉਹ ਕਿਸੇ ਦਾ ਨੁਕਸਾਨ ਕਰਕੇ ਫਾਇਦਾ ਕਰਦੇ ਆ, ਪਰ ਤੁਹਾਡੇ ਇਹਦਾ ਅੰਦਰ ਦਾ ਜਿਹੜਾ ਗੁੱਡ ਇਨਸਾਨ ਆ ਉਹ ਕਿਤੇ ਨਾ ਕਿਤੇ ਜ਼ਰੂਰ ਬੋਲਦਾ ਹੈ, ਕਿਤੇ ਨਾ ਕਿਤੇ ਜ਼ਰੂਰ ਤੁਹਾਨੂੰ ਕਹਿੰਦਾ ਵੀ ਇਹ ਕੰਮ ਠੀਕ ਨਹੀਂ ਕਰ ਰਹੇ। ਹੁਣ ਜਿਹੜੇ ਨੌਜਵਾਨ ਪਰਟੀਕੂਲਰਲੀ ਮੁੰਡੇ ਆਹ ਡਰੱਗ ਟ੍ਰੇਡ ਦੇ ਵਿੱਚ ਜਾਂ ਗੈਂਗਸ ਦੇ ਵਿੱਚ ਨੇ, ਤੁਸੀਂ ਦੇਖਦੇ ਹੋ ਕਿਵੇਂ ਦੁਸ਼ਮਣੀਆਂ ਪਈਆਂ ਹੋਈਆਂ ਇਹਨਾਂ ਦੀਆਂ ਆਪਸ ਵਿੱਚ ਹੀ, ਔਰ ਉਹ ਦੁਸ਼ਮਣੀਆਂ ਕੀ ਰੰਗ ਲਿਆ ਰਹੀਆਂ, ਹਰ ਦਿਨ ਕੋਈ ਕਤਲ ਹੋ ਜਾਂਦਾ। ਇਹ ਜ਼ਾਰਾ ਜ਼ੋਰੋ ਜ਼ਮੀਨ ਦੀ ਗੱਲ ਸੀ ਨਾ, ਇਹ 'ਚ ਮਨੀ ਇਨਵੋਲਵ ਹੈ, ਇਹਦੇ 'ਚ ਮਨੀ ਇਨਵੋਲਵ। ਹਾਂ, ਇਹ ਜਿਹੜਾ ਜ਼ੋਰ ਵਿਚਾਰਾਂ ਦਾ ਵਿਰੋਧ ਨਹੀਂ ਹੈ, ਵਿਚਾਰਾਂ ਦਾ ਵਿਰੋਧ ਨਹੀਂ ਹੈ, ਇਹ ਮਨੀ ਇਨਵੋਲਵ ਹੈ ਉਹਦੇ ਵਿੱਚ, ਕਿਉਂਕਿ ਇੱਕ ਦੂਜੇ ਦੇ ਏਰੀਏ ਦੇ ਵਿੱਚੋਂ ਇਹ ਆਮ ਤੌਰ 'ਤੇ ਲਿਆ ਜਾਂਦਾ। ਬੇਸਿਕਲੀ ਤਾਂ ਉਹ ਗੱਲ ਪੁਰਾਣੀ ਜਿਹੜੀ ਬਜ਼ੁਰਗਾਂ ਵਾਲੀ ਬਹੁਤ ਠੀਕ, ਕਾਫੀ ਠੀਕ ਹੈ, 90% ਉਹ ਕਵਰ ਕਰ ਜਾਂਦੀ ਹੈ ਜ਼ਰ ਜ਼ੋਰ ਔਰ ਜ਼ਮੀਨ ਵਾਲੀ ਗੱਲ ਜਾ ਕੇ। ਪਰ ਨਵਾਂ ਵਿਚਾਰਾਂ ਵਾਲਾ ਜਿਹੜਾ ਨਿਕਲਿਆ ਇਹ ਬਹੁਤ ਆ ਗਿਆ ਹੈਗਾ। ਕਿਉਂਕਿ ਕਈ ਥਾਵੇਂ ਤੁਹਾਡਾ ਇਹ ਤਿੰਨੇ ਕਨਫਲਿਕਟ ਹੈ ਨਹੀਂ ਗੇ। ਹਾਂ, ਤਿੰਨੇ ਕਨਫਲਿਕਟ ਵੀ ਹੈ ਨਹੀਂ। ਉੱਦਾਂ ਤੁਸੀਂ ਦੇਖੋ ਮੁਲਕਾਂ ਦੇ ਵਿੱਚ ਵੀ ਜ਼ਿਆਦਾ ਜਿਹੜੇ ਹੈਗੇ ਆ ਜ਼ੋਰੂ ਨੂੰ ਛੱਡ ਦਿਓ, ਜ਼ਿਆਦਾ ਜ਼ਰ ਔਰ ਜ਼ਮੀਨ ਦੇ ਰੌਲੇ ਪੈਂਦੇ, ਏਰੀਏ ਦੇ, ਟ੍ਰੇਡ ਦੇ, ਦੂਜੇ ਦੇ ਮੇਰਾ ਏਰੀਆ ਮਾਰਿਆ, ਚੀਨ ਨੇ ਹਿੰਦੁਸਤਾਨ ਦਾ ਏਰੀਆ ਮਾਰ ਲਿਆ, ਉਹਨੇ ਉਹਨਾਂ ਦਾ ਮਾਰ ਲਿਆ, ਇਹਦੇ 'ਤੇ ਰੌਲੇ ਜ਼ਿਆਦਾ ਪੈਂਦੇ, ਜ਼ਿਆਦਾ ਤਾਂ ਇਹਦੇ 'ਤੇ ਹੁੰਦੇ ਆ ਜਾ ਕੇ। ਪਰ ਮੈਨੂੰ ਇੱਦਾਂ ਲੱਗਦਾ ਵੀ ਇਨਸਾਨ ਹੁਣ ਅੱਗੇ ਨਾਲੋਂ ਬਿਹਤਰ ਹੋ ਗਿਆ। ਹੌਲੀ ਹੌਲੀ ਉਹ ਕਾਨੂੰਨ ਦੀ ਪਾਲਣਾ ਜ਼ਿਆਦਾ ਕਰਦਾ। ਜਦ ਉਹਨੂੰ ਕਾਨੂੰਨ ਦੀ ਪਾਲਣਾ ਜ਼ਿਆਦਾ ਕਰਨੀ ਹੈ ਤਾਂ ਉਹਦੀ ਫਿਰ ਜਿਹੜੀ ਹੈਗੀ ਦੁਸ਼ਮਣੀ ਹਲਕੀ ਹੋ ਜਾਣੀ ਹੈ ਜਾ ਕੇ। ਨਵੀਂ ਪੀੜ੍ਹੀ ਜ਼ਿਆਦਾ ਕਾਨੂੰਨ ਦਾ ਪਾਲਣਾ ਕਰਦੀ। ਅੱਛਾ, ਦੋ ਹੀ ਰੰਗ ਨੇ ਮਨੁੱਖਾਂ ਦੇ ਸੰਬੰਧ ਵਿੱਚ, ਦੋਸਤੀ ਜਾਂ ਦੁਸ਼ਮਣੀ, ਕਿ ਵਿਚਾਲੇ ਵੀ ਹੈ ਕੋਈ? ਨਹੀਂ, ਵਿਚਾਲੇ ਵੀ ਹੈਗਾ, ਵਿਚਾਲੇ ਵੀ ਹੈਗਾ। ਇੱਕ ਵਾਰ ਮੈਂ ਇੱਕ ਬੰਦੇ ਨੂੰ ਪੁੱਛ, ਮੈਂ ਕਿਹਾ ਜੀ ਤੁਹਾਡਾ ਐਕਸਕਿਊਜ਼ ਮੀ, ਖੰਘ ਆਉਣ ਲੱਗ ਪਈ, ਬੁੜੇ ਹੋ ਗਏ। ਅੱਛਾ, ਉਹ ਮੈਂ ਕਿਹਾ ਜੀ ਤੁਹਾਡੇ, ਕਹਿੰਦੇ ਨਹੀਂ ਬਿਜ਼ਨਸ ਰਿਲੇਸ਼ਨ ਹੈ ਉਹਨਾਂ। ਮੈਂ ਕਿਹਾ ਜੀ ਤੁਹਾਡਾ ਦੋਸਤ ਆ? ਕਹਿੰਦੇ ਨਹੀਂ ਬਿਜ਼ਨਸ ਰਿਲੇਸ਼ਨ ਹੈ। ਅੱਛਾ, ਇਹ ਤੀਜੀ ਕੈਟਾਗਰੀ ਹੈ। ਤੀਜੀ ਕੈਟਾਗਰੀ ਬਿਜ਼ਨਸ ਰਿਲੇਸ਼ਨ ਹੈ ਜਾ ਕੇ, ਵੀ ਨਾ ਦੋਸਤੀ ਆ ਨਾ ਦੁਸ਼ਮਣੀ ਹੈ। ਇਕੱਠੇ ਬੈਠ ਕੇ ਖਾ ਪੀ ਵੀ ਲੈਣਾ, ਗੱਲ ਵੀ ਬਿਜ਼ਨਸ ਬਣ ਜਾਓ, ਵਪਾਰ ਦੀ ਗੱਲ ਕਰਨੀ ਹੈ। ਪਰ ਹੁਣ ਆਪਣੇ ਇੰਟਰਸਟ ਜਿਹੜੇ ਹੈਗੇ ਆ ਵਾਚ ਕਰਨੇ, ਹੁਣ ਆਪਣੇ ਇੰਟਰਸਟ ਵਾਚ ਕਰਨੇ ਆ। ਕਿਉਂਕਿ ਜਿਹੜੀ ਦੋਸਤੀ ਆ, ਦੋਸਤੀ ਵਿੱਚ ਕਈ ਵਾਰ ਫਿਰ ਤੁਸੀਂ ਦੂਜੇ ਆਪਣੇ ਇੰਟਰਸਟ ਛੱਡ ਵੀ ਦਿੰਦੇ ਆ। ਠੀਕ ਹੈ ਨਾ, ਆਪਣੇ ਇੰਟਰਸਟ ਛੱਡ ਵੀ ਦਿੰਦੇ ਆ। ਦੁਸ਼ਮਣੀ ਦੇ ਵਿੱਚ ਤੁਸੀਂ ਦੂਜੇ ਦੇ ਇੰਟਰਸਟ ਮਾਰਦੇ ਆ, ਪਰ ਬਿਜ਼ਨਸ ਰਿਲੇਸ਼ਨ ਦੇ ਵਿੱਚ ਤੁਸੀਂ ਆਪਣੇ ਇੰਟਰਸਟ ਵਾਚ ਕਰਨੇ, ਹੁਣ ਆਪਣੇ ਇੰਟਰਸਟ ਵਾਚ ਕਰਨੇ। ਗਿਵ ਐਂਡ ਟੇਕ ਵੀ ਹੋ, ਗਿਵ ਐਂਡ ਟੇਕ ਰਿਲੇਸ਼ਨ ਹੈ, ਠੀਕ ਹੈ, ਬੈਠ ਕੇ ਸਭ ਕੁਝ ਡਿਨਰ ਵੀ ਕਰ ਲੈਣਾ, ਖਾ ਪੀ ਵੀ ਲੈਣਾ ਜਾ ਕੇ, ਠੀਕ ਹੈ। ਪਰ ਇਉਂ ਵੀ ਹੈ ਨਹੀਂਗਾ ਵੀ ਇੱਕ ਦੂਜੇ ਪਿੱਛੇ ਜਾਨ ਦੇਣੀ ਆ ਜਾਂ ਇੱਕ ਦੂਜੇ ਨੂੰ ਮਾਰਨ। ਬਿਜ਼ਨਸ ਰਿਲੇਸ਼ਨ। ਸੋ ਇਸ ਕਰਕੇ ਆਪਣੇ ਮੇਰੇ ਖਿਆਲ ਅੱਜ ਦੇ ਆਪਾਂ ਇਹੀ ਕਰੀਏ ਜਾ ਕੇ ਵੀ ਜਿੰਨੀ ਇਹਨੂੰ ਦੁਸ਼ਮਣੀ ਨੂੰ ਘਟਾ ਲਓ, ਠੀਕ ਹੈ। ਜੇ ਨਹੀਂ ਤੁਹਾਨੂੰ ਬੰਦਾ ਬਿਲਕੁਲ ਚੰਗਾ ਤਾਂ ਪਿੱਛੇ ਹਟ ਜਾਓ। वो अफसाना जिसे अंजाम तक लाना ना हो मुमकिन, खूबसूरत मोड़ देकर छोड़ना बेहतर। खूबसूरत वो भी बोल चाल रख लो, बाकी उदा ठीक है, कोई सीरियसली इन्वॉल्व ना हो, पर दुश्मनी ठीक नहीं है जी। दुश्मनी का नहीं निकलना है। कोशिश करो जे ਉਹਨੂੰ ਘਟਾਓ ਤਾਂ ਦੋਸਤੀ 'ਚ ਹੋ ਜਾਵੇ ਤਾਂ ਬਹੁਤ ਹੀ ਚੰਗਾ, ਪਰ ਘਟਾਓ ਉਹਨੂੰ ਜਿੰਨਾ ਵੀ ਹੋ ਸਕਦਾ ਜਾ ਕੇ। ਹੁਣ ਤੁਸੀਂ ਬਸ ਇੰਨੀ ਹਿਸਟਰੀ ਪੜ੍ਹੀ ਆ, ਹਿਸਟੋਰੀਕਲੀ ਕੋਈ ਖਾਸ ਕਬੀਲੇ ਜਾਂ ਗਰੁੱਪ ਜਾਂ ਕੋਈ ਖਾਸ ਜਿਓਗ੍ਰਾਫੀਕਲ ਏਰੀਆਜ਼ ਨੇ ਜਿੱਥੇ ਦੁਸ਼ਮਣੀਆਂ ਬਹੁਤ ਮਾੜੀਆਂ ਨੇ, ਜਿਹੜੀਆਂ ਦੁਸ਼ਮਣੀਆਂ ਕਦੇ ਵੀ ਦੋਸਤੀ 'ਚ ਤਬਦੀਲ ਹੀ ਨਹੀਂ ਹੋ ਸਕਦੀਆਂ? ਦੇਖੋ ਥਿੰਨ ਸਾਹਿਬ, ਮੈਂ ਦੇਖਿਆ ਵੀ ਜਿਹੜੇ ਤਾਂ ਹੈਗੇ ਐਡਵਾਂਸਡ ਇੰਡਸਟਰੀਅਲ ਕੰਟਰੀ, ਇਹਨਾਂ ਦੇ ਵਿੱਚ ਤਾਂ ਜਿਹੜੇ ਦੋਸਤੀ ਦੁਸ਼ਮਣੀ ਨਾਲੋਂ ਬਿਜ਼ਨਸ ਰਿਲੇਸ਼ਨ ਜ਼ਿਆਦਾ ਪੋਪੂਲਰ ਹੋ ਰਹੇ ਅੱਜ ਕੱਲ੍ਹ ਜਾ ਕੇ। ਵੀ ਠੀਕ ਹੈ, ਤੂੰ ਆਪਣਾ ਵੀ ਦੇਖ, ਮੈਂ ਆਪਣਾ ਦੇਖਣਾ, ਨਾ ਤੂੰ ਮੈਨੂੰ ਕੁਛ ਕਹੀ ਨਾ ਮੈਂ ਤੈਨੂੰ ਕੁਛ ਕਹਿਣਾ ਜਾ ਕੇ। ਪਰ ਜਿਹੜੇ ਪਿੱਛੋਂ ਫਿਊਡਲ ਰਿਲੇਸ਼ਨ ਵਾਲੇ ਆਉਂਦੇ ਆ ਮੁਲਕਾਂ ਦੇ, ਅਜੇ ਸਿਰਫ ਉੱਥੇ ਹੀ ਹੈ ਜਾ ਕੇ, ਉਹ ਦੁਸ਼ਮਣੀਆਂ ਬਹੁਤ ਜ਼ਿਆਦਾ ਕਰਦੇ ਜਿੱਥੇ ਜ਼ਮੀਨ ਦਾ ਪਾਰਟ ਜ਼ਿਆਦਾ ਆ। ਖਾਸ ਤੌਰ 'ਤੇ ਤੁਸੀਂ ਦੇਖ ਲਓ ਉੱਥੇ ਤਿੰਨ ਸਾਹਿਬ ਦੁਸ਼ਮਣੀ ਨੂੰ ਅਣਖ ਨਾ ਮੰਨਿਆ ਆ। ਅਣਖ ਨਾ ਬੰਨਿਆ ਹੈ ਵੀ ਜਿਹੜਾ ਬੰਦਾ ਦੁਸ਼ਮਣੀ ਨਹੀਂ ਕਰਦਾ ਹੈਗਾ ਜਾ ਕੇ, ਉਹ ਜਿਹਦਾ ਕੋਈ ਉਹ ਬੰਦਾ ਕਿਹਾ ਹੈ ਜਾ ਕੇ, ਉਹ ਇੱਦਾਂ। ਮੈਂ ਤੁਹਾਨੂੰ ਦੱਸ ਕੇ ਹਾਂ, ਉਹ ਮੁਲਕ ਜਿਹੜੇ ਆ ਉਹ ਉਹਨਾਂ ਨੂੰ ਐਡਵਾਂਸਡ ਮੁਲਕ ਨਹੀਂ ਕਹਿੰਦੇ। ਉਹ ਪਿੱਛੇ ਅਫਗਾਨਿਸਤਾਨ ਹੋਇਆ, ਦੂਜੇ ਹੋਰ ਇੱਦਾਂ ਦੇ ਮੁਲਕ ਜਿਹੜੇ ਹੈਗੇ ਆ, ਜਿਹੜੇ ਐਵੇਂ ਲੜ ਪੈਂਦੇ ਆ, ਜਿਹੜੇ ਖੁਦ ਫੈਸਲਾ ਕਰਦੇ, ਕਾਨੂੰਨ ਨੂੰ ਨਹੀਂ ਮੰਨਦੇ ਹੈ ਜਾ ਕੇ। ਉਹ ਕਹਿੰਦੇ ਕਾਨੂੰਨ ਮੈਂ ਹੀ ਕਾਨੂੰਨ ਆ,
ਮੇਰੇ ਮੇਰੇ ਹੱਥ 'ਚ ਹੀ ਆ ਕਾਨੂੰਨ, ਜੋ ਮੈਂ ਕਰ ਦਿੱਤਾ ਉਹੀ ਕਾਨੂੰਨ ਹੈ। ਜਾ ਕੇ ਆਪ ਫੈਸਲਾ ਕਰਦੇ ਆ ਜਾ ਕੇ, ਉਹ ਉੱਥੇ ਫਿਰ ਖਰਾਬੀ ਜ਼ਿਆਦਾ ਹੁੰਦੀ ਹੈ। ਜਿੱਥੇ ਲੋਕ ਲਾਅ ਨੂੰ ਜ਼ਿਆਦਾ ਫੋਲੋ ਕਰਦੇ ਆ ਉੱਥੇ ਖਰਾਬੀ ਘੱਟ ਹੁੰਦੀ ਹੈ ਜਾ ਕੇ। ਸੋ ਤੁਸੀਂ ਸਮਝਦੇ ਹੋ ਵੀ ਜਿਹੜੇ ਵਿਕਸਿਤ ਏਰੀਆ ਨੇ, ਯੂਰਪ ਹੈ, ਨਾਰਥ ਅਮਰੀਕਾ, ਹਾਂ ਨਾਰਥ ਅਮਰੀਕਾ ਇੱਥੇ ਆਪਣੇ ਆਪਣੇ ਇੰਟਰਸਟ ਨੂੰ ਵਾਚ ਕਰਦੇ ਆ ਲੋਕ, ਹਾਂ ਇੰਟਰਸਟ ਨੂੰ ਵਾਚ ਕਰਦੇ ਆ, Business relationship ਪਰ ਸਿਰ ਨਹੀਂ ਪਾੜਦੇ ਇੱਕ ਦੂਜੇ 'ਤੇ ਜਾ ਕੇ। ਔਰ ਦੂਜੇ ਤੁਸੀਂ ਦੇਖੋ, ਜਿੱਦਾਂ ਜਿੱਦਾਂ ਲੋਕਾਂ ਨੇ ਸਮੇਂ ਦੇ ਲਾਅ ਨੂੰ ਬਿਹਤਰ ਬਣਾਈ ਜਾਣਾ ਔਰ ਲਾਅ ਨੂੰ ਫੋਲੋ ਕਰੀ ਜਾਣਾ, ਉਨੀ ਦੇਰ ਤੱਕ ਮਾਰ ਕਟਾਈਆਂ ਜਿਹੜੀਆਂ ਉਹ ਘਟਣ ਲੱਗ ਪੈਣੀਆਂ। ਦੁਸ਼ਮਣੀ ਜੇ ਹੋਊਗੀ ਵੀ ਆ ਤਾਂ ਬਹੁਤ ਮਾਈਲਡ ਕਿਸਮ ਦੀ ਹੋਊਗੀ ਜਾ ਕੇ, ਡਿਸਲਾਈਕ ਹੋਊਗੀ। ਕਤਲ ਕਰਨ ਵਾਲੀਆਂ ਦੁਸ਼ਮਣੀਆਂ ਜਿਹੜੀਆਂ ਹੌਲੀ 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 ਜਿਹੜੀਆਂ ਜਿੱਦਾਂ ਜਿੱਦਾਂ ਇਨਸਾਨ ਸਿਵਲਾਈਜ਼ਡ ਹੋ ਰਿਹਾ, ਮਹਜ਼ਬ ਹੋ ਰਿਹਾ, ਉਹਦਾ ਉਹਨੂੰ ਪਤਾ ਲੱਗ ਰਿਹਾ ਵੀ ਇਹ ਠੀਕ ਨਹੀਂ ਹੈ ਜਾ ਕੇ। ਉਹ ਨਹੀਂ ਕਰਨੀ। ਤੁਸੀਂ ਦੁਸ਼ਮਣੀ ਛੱਡ ਕੇ ਦੇਖ ਲਓ ਜਾ ਕੇ, ਤੁਸੀਂ ਪਛਤਾਓਗੇ ਨਹੀਂ ਹੈ ਜਾ ਕੇ। ਤੁਸੀਂ ਦੁਸ਼ਮਣੀ ਜੇ ਤੁਹਾਡੀ ਚੰਗੇ ਰਿਲੇਸ਼ਨ ਬਣ ਜਾਊਗੇ ਤਾਂ ਤੁਸੀਂ ਹੈਪੀ ਹੋਵੋਗੇ ਜਾ ਕੇ, ਚਾਹੇ ਤੁਹਾਡੇ ਨੇੜੇ ਦਾ, ਚਾਹੇ ਹੁਣ ਤੁਸੀਂ ਦੇਖੋ ਤਿੰਨ ਸਾਹਿਬ, ਜਾਂ ਭਰਾ ਨਾਲ ਲੜਦਾ ਹੈ ਤਾਂ ਕਹਿੰਦੇ ਉਹ ਸਕੂਨ ਨਾਲ ਰਹਿੰਦੇ ਆ ਦੋਨੋਂ। ਜੇ ਦੋਨੋਂ ਆਪਸ ਵਿੱਚ ਜੱਫੀ ਪਾ ਲੈਂਦੇ ਆ ਤਾਂ ਉਹ ਖੁਸ਼ੀ ਥੋੜ੍ਹਾ ਮਿਲਣੀ ਹੈ ਜਿਹੜੀ ਇੱਕ ਦੂਜੇ ਡਾਂਗਾ ਮਾਰ ਕੇ ਮਿਲਣੀ ਹੈ ਜਾ ਕੇ। ਉਹਦੇ ਵਿੱਚ ਕੀ ਗੈਰਤ ਹੈਗੀ ਹੈ ਜਾ ਕੇ। ਪਰ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਬਈ ਮਾਰ ਕੁਟਾਈ, ਹਿੰਸਾ, ਸ਼ੁਰੇਬਾਜ਼ੀ ਅਤੇ ਇਹ ਬਸ ਦੁਸ਼ਮਣੀ ਦਾ ਨਤੀਜਾ ਤਾਂ ਨਹੀਂ ਹੈ। ਇਹ ਤਾਂ ਵੈਸੇ ਵੀ ਮੇਰੇ ਖਿਆਲ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਜਿੱਥੇ ਉਹ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਸੀ, ਲੇਕਿਨ ਬਹੁਤ ਹਿੰਸਕ ਲੜਾਈਆਂ ਹੋਈਆਂ ਇੱਕ ਦੂਜੇ। ਥਨ ਸਾਹਿਬ ਉਹ ਹਿੰਸਕ ਲੜਾਈਆਂ ਹੁੰਦੀਆਂ ਜਿਸ ਵੇਲੇ ਸਡਨ ਤੁਹਾਡਾ ਗੁੱਸਾ ਇੱਕਦਮ ਸਡਨ ਤੁਸੀਂ ਕਿਸੇ ਗੁੱਸੇ 'ਚ ਆ ਜਾਂਦੇ ਆ, ਸਡਨ ਗੁੱਸੇ 'ਚ। ਲੰਮੀਆਂ ਦੁਸ਼ਮਣੀਆਂ ਨਹੀਂ ਹੈ, ਮੌਕੇ ਦੇ ਉੱਤੇ ਤੁਸੀਂ ਡਿਸਲਾਈਕ ਕੀਤਾ ਕਿਸੇ ਨੂੰ, ਭੜਕਾਹਟ ਹੋ ਗਈ ਆ ਕੇ, ਤੁਹਾਡੀ ਈਗੋ ਦੂਏ ਦੀ ਈਗੋ ਨਾਲ ਕਲੈਸ਼ ਕਰ ਗਈ, ਉਸ ਵੇਲੇ ਉਹ ਸਡਨ ਲੜਾਈ ਹੁੰਦੀ ਆ। ਉਹਨੂੰ ਤੁਸੀਂ ਇੱਦਾਂ ਦੁਸ਼ਮਣੀ ਨਹੀਂ ਸਮਝਦੇ, ਉੱਥੋਂ ਦੁਸ਼ਮਣੀ ਸ਼ੁਰੂ ਹੋ ਜਾਂਦੀ ਹੈ। ਫਿਰ ਗਾਹਾਂ ਸਡਨ ਜਿਸ ਵੇਲੇ ਤੁਸੀਂ ਲੜਦੇ ਆ ਨਾ, ਫਿਰ ਗਾਹਾਂ ਉਹਦਾ ਨਤੀਜਾ ਚੰਗਾ ਨਹੀਂ ਨਿਕਲਦਾ। ਇਹ ਤਾਂ ਸਪੌਂਟੇਨੀਅਸ ਤੁਹਾਡੇ ਗੁੱਸੇ ਦਾ ਇਜ਼ਹਾਰ ਆ। ਜਿਹੜੀ ਇੱਕਦਮ ਲੜਾਈ ਹੋਵੇ, ਮੈਂ ਤੁਹਾਨੂੰ ਕੁਛ ਕਹਿ ਤਾ, ਤੁਸੀਂ ਮੈਨੂੰ ਕਹਿ ਤਾ, ਉੱਥੇ ਫਸ ਪਏ। ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਦੁਸ਼ਮਣੀ ਆ ਪੈਦਾ ਹੋਈ ਇਹ ਐਂਗਰ ਦੀ ਫਾਰਮ ਹੈ। ਐਂਗਰ ਤਾਂ ਆਇਆ ਗਿਆ, ਇਹ ਤਾਂ ਇੱਕ ਪਲੈਨਡ, ਇੱਕ ਸੋਚ ਸਮਝ ਕੇ ਕਿਸੇ ਵਿਅਕਤੀ ਦੇ ਨਾਲ ਖਾਰ ਖਾਣੀ ਜਾਂ ਉਸ ਦੇ ਨਾਲ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਲੰਬੀ ਯੋਜਨਾ ਬਣਾ ਕੇ ਰੱਖਣਾ, ਇਹ ਦੁਸ਼ਮਣੀ। ਐਂਗਰ ਇੱਕ ਪਾਰਟ ਆ ਉਹਦਾ। ਐਂਗਰ ਜਿਹੜਾ ਹੈਗਾ ਨਾ, ਐਂਗਰ ਵੀ ਦੁਸ਼ਮਣੀ ਵੱਲ ਨੂੰ ਲਿਜਾਂਦਾ, ਐਂਗਰ ਦੋਸਤੀ ਵੱਲ ਨੂੰ ਘੱਟ ਲਿਜਾਂਦਾ ਹੀ ਨਹੀਂ ਹੈ ਜਾ ਕੇ। ਐਂਗਰ ਵੀ ਇੱਕ ਹਿੱਸਾ ਹੈ। ਇਹ ਨਹੀਂ ਮੈਂ ਕਹਿੰਦਾ ਵੀ ਸਾਰੀਆਂ ਦੁਸ਼ਮਣੀਆਂ ਐਂਗਰ ਕਰਕੇ ਹੁੰਦੀਆਂ, ਪਰ ਐਂਗਰ ਵੀ ਉਹਦਾ ਇੱਕ ਪਾਰਟ ਆ ਜਾ ਕੇ। ਬਾਕੀ ਦੁਸ਼ਮਣੀਆਂ ਤੁਹਾਡੇ ਹਿੱਤ ਜਿਸ ਵੇਲੇ ਕੋਈ ਬੰਦਾ ਕੁਚਲਦਾ ਹੈ ਉਸ ਵੇਲੇ ਤੁਹਾਡੀ ਹੋ ਜਾਂਦੀ ਹੈ। ਤੁਹਾਡੇ ਦੁਸ਼ਮਣੀਆਂ ਜਿੱਦਾਂ ਕਹਿ ਲਓ ਵਿਚਾਰਾਂ ਕਰਕੇ ਵੀ ਦੁਸ਼ਮਣੀਆਂ ਹੋ ਜਾਂਦੀਆਂ, ਧਰਮ ਕਰਕੇ ਦੁਸ਼ਮਣੀਆਂ ਵੀ ਹੋ ਜਾਂਦੀਆਂ, ਦੇਸ਼ ਭਗਤੀ ਕਰਕੇ ਦੁਸ਼ਮਣੀਆਂ। ਪਰ ਐਂਗਰ ਵੀ ਇੱਕ ਹਿੱਸਾ ਹੈਗਾ ਆ ਦੁਸ਼ਮਣੀ ਆਪਸ ਵਿੱਚ, ਖਾਸ ਤੌਰ 'ਤੇ ਜਿਹੜੇ ਆ ਨੇੜੇ ਦੇ ਸੰਬੰਧਿਤ ਆ ਉਹਨਾਂ ਨਾਲ ਜੇ ਗੁੱਸਾ ਆਉਂਦਾ ਤਾਂ ਉਹ ਦੁਸ਼ਮਣੀ ਸ਼ੁਰੂ ਕਰ ਦਿੰਦਾ ਹੋ ਜਾ ਕੇ। ਅਖੀਰ 'ਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸਭ? ਅਖੀਰ ਵਿੱਚ ਤਾਂ ਇਹੀ ਆ ਵੀ ਦੁਸ਼ਮਣੀ ਜਿਹੜੀ ਹੈਗੀ ਆ, ਇਹ ਜੇ ਕਰਨੀ ਹੈਗੇ ਤਾਂ ਆਪਣੇ ਮਾੜੇ ਵਿਚਾਰਾਂ ਦੇ ਉਹਨੂੰ ਕੱਢਣ ਦੇ ਵਿੱਚ ਆਪਣਾ ਜ਼ੋਰ ਲਾ ਲਓ। ਕਿਸੇ ਵਿਅਕਤੀ ਸਾਰੇ ਇੱਕੋ ਜਿਹੇ ਹੀ ਆਪਾਂ ਜਾ ਕੇ, ਜੇ ਕਿਸੇ ਸਾਡੇ ਉਹ 'ਚ ਵੀ ਕੁਛ ਨੁਕਸ ਹੋਊਗੀ, ਸਾਡੇ 'ਚ ਵੀ ਕੁਛ ਨੁਕਸ ਹੋਊਗੀ ਜਾ ਕੇ। ਪਰ ਖ਼ਾਸ ਤੌਰ 'ਤੇ ਜਿਹੜਾ ਨੇੜੇ ਦੇ ਬੰਦੇ ਆ ਜਿਨ੍ਹਾਂ ਨਾਲ ਤੁਹਾਡਾ ਰੋਜ਼ ਦਾ ਵਾਹ ਪੈਂਦਾ, ਉਹਨਾਂ ਨਾਲ ਦੁਸ਼ਮਣੀ ਬਿਲਕੁਲ ਨਾ ਕਰੋ ਜਾ ਕੇ। ਉਹਨਾਂ ਨਾਲ ਬਿਲਕੁਲ ਨਾ ਕਰੋ। ਖ਼ਾਸ ਤੌਰ 'ਤੇ ਪਰਿਵਾਰਾਂ ਦੇ ਵਿੱਚ ਤਾਂ ਜਿਹੜਾ ਮੁਹੱਬਤ ਨੇ ਕੰਮ ਕਰ ਦੇਣਾ, ਉਹ ਦੁਸ਼ਮਣੀ ਨੇ ਜਾਂ ਨਫ਼ਰਤ ਨੇ ਨਹੀਂ ਕਰਨਾ ਹੈਗਾ ਜਾ ਕੇ। ਉਹ ਉਸ ਪਾਸੇ ਵੱਲ ਨੂੰ ਸੋਚੀਏ ਤਾਂ ਠੀਕ ਹੈ। ਜੇ ਦੁਸ਼ਮਣੀ ਕਿਸੇ ਨਾਲ ਹੈਗੀ ਵੀ ਤਾਂ ਕੋਸ਼ਿਸ਼ ਕਰੋ ਉਹਨੂੰ, ਜੇ ਖ਼ਤਮ ਕਰ ਲਓ ਤਾਂ ਬਹੁਤ ਹੀ ਚੰਗਾ, ਚਾਹੇ ਕਮ ਸੇ ਕਮ ਘਟਾ ਜ਼ਰੂਰ ਲਓ। ਉਹਨੂੰ ਵਧਾਓ ਨਾ, ਘਟਾ ਲਓ ਉਹਨੂੰ ਜਾ ਕੇ, ਜਿੰਨੀ ਵੀ ਘਟਦੀ ਹੈ। ਫਿਰ ਸਭ ਬਹੁਤ ਮਿਹਰਬਾਨੀ, ਸ਼ੁਕਰੀਆ।